ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 4 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ, ਨਾਰਥਵੁੱਡ ਮੋਟਰਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲ ਗਰੋਪ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਵੇਕਰਸਫੀਲਡ ਤੇ ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ, ਸੰਪਰਕ ਕਰੋ 408-272-5200। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਅਮਰੀਕਾ ਨੇ ਇੱਕ ਈਰਾਨ ਦੀ ਜਿਹੜਾ ਵਾਰਸ਼ਿਪ ਸੀਗਾ, ਉਹਨਾਂ ਦਾ ਨੇਵਲ ਬੇਸ ਜਿਹੜਾ ਹੈਗਾ, ਆਪਾਂ ਕਹਿ ਸਕਦੇ ਜਹਾਜ਼, ਉਸ ਨੂੰ ਇੱਕ ਤਰ੍ਹਾਂ ਦੇ ਨਾਲ ਡਿਸਟਰੋਏ ਕਰ ਦਿੱਤਾ ਹੈਗਾ। ਇਹ ਸ਼੍ਰੀਲੰਕਾ ਦੇ ਕੋਸਟ ਵੱਲ ਸੀ, ਉੱਧਰ ਟ੍ਰੇਨਿੰਗ ਤੇ ਗਏ ਹੋਏ ਸੀ। ਸੋ US ਦੇ ਸਬਮਰੀਨਸ ਨੇ ਈਰਾਨ ਦਾ ਜਿਹੜਾ ਵਾਰਸ਼ਿਪ ਆ, ਉਹ ਸ਼੍ਰੀਲੰਕਾ ਦੇ ਕੋਸਟ ਦੇ ਲਾਗੇ ਉਸ ਨੂੰ ਜਿਹੜਾ ਬੰਬਾਰਡਮੈਂਟ ਕਰਕੇ ਉਹਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈਗਾ, ਜਿਹਦੇ ਨਾਲ ਕਾਫੀ ਜਿਹੜੇ ਲੋਕ ਸੀ ਉਹਨਾਂ ਦੀ ਮੌਤ ਵੀ ਹੋਈ ਆ। 80 ਲੋਕਾਂ ਦੀ ਮੌਤ ਦੱਸਿਆ ਜਾ ਰਿਹਾ ਹੈ ਉਹਦੇ ਵਿੱਚ, ਕਿਉਂਕਿ ਕੰਮ ਕਰਨ ਵਾਲੇ ਵੀ ਬੰਦੇ ਸੀ ਬਹੁਤ। ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਆ, ਉਹਨਾਂ ਨੇ ਇਹ ਕਿਹਾ ਆ ਵੀ 80 ਲੋਕ ਮਾਰੇ ਗਏ ਆ, 32 ਦੇ ਕਰੀਬ ਜੋ ਉਹ ਫੱਟੜ ਹੋਏ ਆ, ਜਿਨ੍ਹਾਂ ਨੂੰ ਸ਼੍ਰੀਲੰਕਾ ਦੀ ਗਵਰਨਮੈਂਟ ਜੋ ਆ ਉਹ ਸਹਾਇਤਾ ਦੇ ਰਹੀ ਹੈਗੀ ਆ। ਪੈਂਟਾਗਨ ਦੇ ਵਿੱਚ ਬਰੀਫਿੰਗ ਦੇ ਦੌਰਾਨ ਜੋ ਹੈਗਸੈਟ ਆ, ਸੈਕਟਰੀ ਆਫ ਵਾਰ, ਉਹਨਾਂ ਨੇ ਇਹ ਕਿਹਾ ਵੀ ਇਰਾਨੀਅਨ ਵਾਰਸ਼ਿਪ ਦੇ ਉੱਤੇ ਇੱਕ ਫਸਟ ਅਟੈਕ ਆ ਇਹ ਕਿਸੇ ਐਨਮੀ ਦੇ ਉੱਤੇ ਵਰਲਡ ਵਾਰ 2 ਤੋਂ ਬਾਅਦ। ਸੋ ਕਦੇ ਇੱਦਾਂ ਅਟੈਕ ਹੋਇਆ ਨਹੀਂ ਸੀ। ਸ਼੍ਰੀਲੰਕਾ ਦੀ ਗਵਰਨਮੈਂਟ ਨੇ ਇਹ ਕਿਹਾ ਵੀ ਬਹੁਤ ਸਾਰੀਆਂ ਬੋਡੀਜ਼ ਉਹਨੀ ਰਿਕਵਰ ਕਰ ਲਈਆਂ ਆ ਤੇ 32 ਦੇ ਕਰੀਬ ਜਿਹੜੇ ਜ਼ਖਮੀ ਹੋਏ ਸੇਲਰਸ ਆ, ਉਹ ਉਹਨਾਂ ਦੀ ਹੈਲਪ ਕਰ ਰਹੇ ਹੈਗੇ ਆ। ਇਸੇ ਤਰ੍ਹਾਂ ਦ ਫਰਾਈਗੇਟ ਆਇਰਿਸ ਡੇਨਾ, ਇਹ ਉਹਨਾਂ ਦਾ ਨਾਂ ਸੀਗਾ, ਉਸ ਜੋ ਸ਼ਿਪ ਹੈਗਾ, ਉਹਦੇ 40 ਦੇ ਕਰੀਬ ਕਹਿੰਦੇ ਵੀ ਨੌਟੀਕਲ ਮਾਈਲਸ ਜਾਂ 75 ਕਿਲੋਮੀਟਰ ਦੂਰ ਇਹ ਸ਼੍ਰੀਲੰਕਾ ਤੋਂ ਸੀਗਾ ਜਦੋਂ ਇਸ ਨੂੰ ਹਿੱਟ ਕੀਤਾ ਗਿਆ ਹੈਗਾ। ਇਹਦੇ ਕੋਲ 180 ਦੇ ਕਰੀਬ ਕਰੂ ਮੈਂਬਰ ਸੀਗੇ ਜਦੋਂ ਰੈਸਕਿਊ ਆਪਰੇਸ਼ਨ ਹੋਇਆ। ਹਜੇ ਵੀ ਉਹ ਚੱਲ ਰਿਹਾ ਹੈਗਾ ਆ। ਸੋ ਇਰਾਨੀਅਨ ਫਰਾਈਗੇਟ ਜੋ ਉਹ ਆਪਣੇ 2026 ਇੰਟਰਨੈਸ਼ਨਲ ਫਲੀਟ ਰਿਵਿਊ ਉਹ ਤੋਂ ਵਾਪਸ ਆ ਰਿਹਾ ਸੀਗਾ ਇੰਡੀਆ ਦੇ ਕੋਸਟ ਸਿਟੀ ਆਫ ਵਿਸ਼ਾਖਾਪਟਨਮ ਤੋਂ। ਸ਼੍ਰੀਲੰਕਾ ਦੇ ਫੋਰਨ ਮਿਨਿਸਟਰ ਵਿਜੀਤਾ ਹੀਰਾਤ, ਉਹਨਾਂ ਨੇ ਇਹ ਦੱਸਿਆ ਆ ਵੀ ਨੇਵੀ ਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਵੀ ਜੋ ਸ਼ਿਪ ਆ ਉਹਦੇ ਤੇ ਅਟੈਕ ਹੋਇਆ ਹੈਗਾ ਆ, ਤੇ ਉਹ ਤੋਂ ਬਾਅਦ ਜੋ ਸ਼੍ਰੀਲੰਕਾ ਦੀ 에ਅਰ ਫੋਰਸ ਦੇ ਪਲੇਨ ਆ, ਉਹਨਾਂ ਨੇ ਰੈਸਕਿਊ ਮਿਸ਼ਨ ਦੇ ਦੌਰਾਨ ਇਹਨਾਂ ਲੋਕਾਂ ਨੂੰ ਜੋ ਉੱਥੇ ਕੰਮ ਕਰਦੇ ਸੀ, ਜਿਹੜੇ ਉਹਦੇ ਵਿੱਚ ਵਰਕਰ ਸੀਗੇ, ਉਹਨਾਂ ਨੂੰ ਬਾਹਰ ਕੱਢਿਆ ਹੈ। ਜੀ ਬਿਲਕੁਲ। ਸੋ ਚੌਥਾ ਪੰਜਵਾਂ ਦਿਨ ਜਿਹੜਾ ਹਰਜੋਤ ਸਿੰਘ ਜੀ ਇਸ ਲੜਾਈ ਦਾ ਹੈਗਾ ਆ, ਉਹ ਤਾਂ ਪ੍ਰਸ਼ਾਸਨ ਕਹਿ ਰਿਹਾ ਵੀ ਇਹ ਵਾਰ ਨਹੀਂ ਆ, ਕਿਉਂਕਿ ਵਾਰ ਨੂੰ ਅਪਰੂਵ ਕਰਨ ਦੇ ਲਈ ਕਾਂਗਰਸ ਦੀ ਸਹਿਮਤੀ ਚਾਹੀਦੀ ਆ। ਸੋ ਇਸ ਨੂੰ ਕੰਬੈਟ ਆਪਰੇਸ਼ਨ ਜਾਂ ਕੌਨਫਲਿਕਟ ਜਾਂ ਇੱਦਾਂ ਦੀਆਂ ਚੀਜ਼ਾਂ ਕਹਿ ਕੇ ਜਿਹੜਾ ਆ ਉਹ ਲੋਕਾਂ ਨੂੰ ਦੱਸਿਆ ਜਾ ਰਿਹਾ ਆ ਪ੍ਰਸ਼ਾਸਨ ਦੇ ਜਿਹੜਾ ਉਹ ਦੁਆਰਾ। ਸੋ ਇਹ ਜਿਹੜਾ ਆਇਰਿਸ ਦੀਨਾ ਕਰਕੇ ਇਸ ਦਾ ਨਾਮ ਸੀਗਾ, ਜਿਹੜਾ ਇਹਨਾਂ ਦਾ ਸਮੁੰਦਰੀ ਬੇੜਾ ਸੀਗਾ ਈਰਾਨ ਦਾ,
ਇਹ ਵਿਸ਼ਾਖਾਪਟਨਮ ਜਿੱਦਾਂ ਤੁਸੀਂ ਦੱਸਿਆ ਵੀ ਇੰਡੀਆ ਦੇ ਵਿੱਚ ਇਹ ਉੱਥੇ ਪਹੁੰਚਿਆ ਹੋਇਆ ਸੀਗਾ ਐਕਸਰਸਾਈਜ਼ ਦੇ ਲਈ ਜਾਂ ਜਿੱਦਾਂ ਤੁਸੀਂ ਦੱਸਿਆ ਵੀ ਚੈਕਿੰਗ ਕਰਾਉਣ ਦੇ ਲਈ, ਪਰ ਉਸੇ ਦਰਮਿਆਨ ਜਦੋਂ ਹੁਣ ਉੱਧਰੋਂ ਆ ਰਿਹਾ ਸੀਗਾ ਤੇ ਇਹਨਾਂ ਨੇ ਇਸ ਨੂੰ ਡੁਬਾ ਦਿੱਤਾ ਹੈ, ਸਿੰਕ ਜਿਹੜਾ ਉਹ ਕਰ ਦਿੱਤਾ ਆ। ਅਮਰੀਕਾ ਦੇ ਜਿਹੜੇ ਸਕੱਤਰ ਆ ਪੀਟ ਹੈਗਸੈਥ ਤੇ ਰਾਸ਼ਟਰਪਤੀ ਟਰੰਪ, ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਜਿਹੜੀ ਈਰਾਨ ਦੀ ਨੇਵੀ ਆ ਉਸ ਨੂੰ ਟੋਟਲੀ ਖਤਮ ਕਰ ਦੇਣਾ ਆ। ਹੁਣ ਤੱਕ 17 ਜਿਹੜੇ ਇਹਨਾਂ ਦੇ ਸ਼ਿਪ ਤੇ ਹੋਰ ਜਿਹੜੀਆਂ ਨੇਵਲ ਬੋਟਸ ਆ ਉਹਨਾਂ ਨੂੰ ਆਲਰੇਡੀ ਨਸ਼ਟ ਕਰ ਦਿੱਤਾ ਗਿਆ ਆ ਅਮਰੀਕਾ ਦੇ ਦੁਆਰਾ। ਸੋ ਲਗਾਤਾਰ ਉੱਥੇ ਜਿਹੜੀ ਏਅਰ ਸਟ੍ਰਾਈਕਸ ਆ ਉਹ ਚੱਲ ਰਹੀਆਂ ਆ ਯੂਐਸ ਅਤੇ ਇਜ਼ਰਾਈਲ ਦੇ ਜਿਹੜਾ ਉਹ ਦੁਆਰਾ। ਤੇ ਕਹਿੰਦੇ ਵੀ ਇਹਦੇ ਨਾਲ ਇੱਕ ਚੀਜ਼ ਜਿਹੜੀ ਉਹ ਪਤਾ ਲੱਗ ਰਹੀ ਆ ਵੀ ਹੁਣ ਜਿਹੜਾ ਈਰਾਨ ਨੇ ਪਹਿਲੇ 2-3 ਦਿਨ ਇੱਕ ਹਿਸਾਬ ਦੇ ਨਾਲ ਜਵਾਬੀ ਕਾਰਵਾਈ ਕਰਦੇ ਆ ਰਹੇ ਸੀਗੇ, ਉਹ ਹੁਣ ਉਹਨਾਂ ਦੀ ਥੋੜੀ ਜਵਾਬੀ ਕਾਰਵਾਈ ਪਹਿਲਾਂ ਦੇ ਨਾਲੋਂ ਘਟ ਚੁੱਕੀ ਆ। ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਵੀ ਇਹਨਾਂ ਦੀ ਜਿਹੜੀ ਮਿਲਟਰੀ ਕੈਪੇਬਿਲਿਟੀ ਆ, ਜਿੱਥੇ ਜਿੱਥੇ ਇਹਨਾਂ ਦੇ ਹਥਿਆਰ ਪਏ ਸੀਗੇ ਉਹਨਾਂ ਨੂੰ ਖਾਸਾ ਜਿਹੜਾ ਉਹ ਨੁਕਸਾਨ ਆ ਉਹ ਪਹੁੰਚਾਇਆ ਗਿਆ ਆ। ਈਰਾਨ ਵਾਲੇ ਦੱਸ ਰਹੇ ਆ ਵੀ ਮਰਨ ਵਾਲਿਆਂ ਦੀ ਸੰਖਿਆ 1000 ਤੋਂ ਉੱਤੇ ਜਿਹੜੀ ਉਹ ਵੱਧ ਗਈ ਹੈਗੀ ਆ। ਉਧਰ ਨਾਲ ਹੀ ਇਹ ਅੱਜ ਰਿਪੋਰਟ ਆ ਰਹੀ ਆ ਵੀ ਨਾਟੋ ਦੇ ਦੁਆਰਾ ਈਰਾਨ ਦੁਆਰਾ ਛੱਡੀ ਗਈ ਮਿਜ਼ਾਈਲ ਜੋ ਕਿ ਟਰਕੀ ਵੱਲ ਨੂੰ ਆ ਰਹੀ ਸੀ, ਉਸ ਨੂੰ ਰਸਤੇ ਦੇ ਵਿੱਚ ਨਸ਼ਟ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਜੇ ਟਰਕੀ ਇਸ ਦੇ ਵਿੱਚ ਟਾਰਗੇਟ ਹੋ ਜਾਂਦਾ ਤੇ ਇਹਦੇ ਨਾਲ ਇਸ ਵਾਰ ਦੇ ਵਿੱਚ ਹੋਰ ਵੀ ਵੱਡੀ ਐਸਕੇਲੇਸ਼ਨ ਹੋ ਜਾਣੀ ਸੀ, ਕਿਉਂਕਿ ਨਾਟੋ ਮੈਂਬਰ ਦੇ ਉੱਤੇ ਹਮਲਾ ਜਿਹੜਾ ਉਹ ਹੋਣਾ ਸੀਗਾ। ਸੋ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਜਿਹੜੇ ਉਹਦਾ ਨਾਮ ਵੀ ਇਜ਼ਰਾਈਲ ਕੈਟਸ ਆ, ਉਹਨਾਂ ਨੇ ਕਿਹਾ ਵੀ ਜਿਹੜਾ ਵੀ ਕੋਈ ਨਵਾਂ ਈਰਾਨ ਦਾ ਸੁਪਰੀਮ ਲੀਡਰ ਸਿਲੈਕਟ ਕੀਤਾ ਜਾਊਗਾ ਉਸ ਦੀ ਵੀ ਅਸੀਂ ਐਲੀਮੀਨੇਸ਼ਨ ਜਿਹੜੀ ਉਹ ਕਰਾਂਗੇ। ਕੱਲ ਦੱਸ ਹੀ ਰਹੇ ਸੀ ਹਰਜੋਤ ਸਿੰਘ ਜੀ ਤੁਸੀਂ ਵੀ, ਜਿੱਥੇ ਇਹਨਾਂ ਦੇ ਸਾਰਿਆਂ ਲੀਡਰਾਂ ਨੇ ਬਹਿ ਕੇ ਜਾਂ ਰਿਲੀਜੀਅਸ ਬੰਦਿਆਂ ਨੇ ਜਿਹੜਾ ਬਹਿ ਕੇ ਅਗਲਾ ਸੁਪਰੀਮ ਲੀਡਰ ਚੁਣਨਾ ਸੀਗਾ, ਉਹਨਾਂ ਸਾਰਿਆਂ ਨੂੰ ਹੀ ਜਿਹੜਾ ਇਹਨਾਂ ਨੇ ਖਤਮ ਕਰ ਦਿੱਤਾ ਉਸ ਦੇ ਉੱਤੇ ਬੰਬਾਰਡਮੈਂਟ ਕਰਕੇ। ਸੋ ਇੱਥੋਂ ਇਹ ਪਤਾ ਲੱਗਦਾ ਵੀ ਇਹਨਾਂ ਦੇ ਕੋਲ ਅਮਰੀਕਾ ਤੇ ਇਜ਼ਰਾਈਲ ਦੇ ਕੋਲ ਅਜੇ ਵੀ ਬਹੁਤ ਜ਼ਿਆਦਾ ਜਿਹੜੀ ਇਨਸਾਈਡ ਅੰਦਰਲੀ ਜਿਹੜੀ ਸੂਹ ਜਿਹੜੀ ਉਹ ਹੈਗੀ ਆ, ਜਿਸ ਕਰਕੇ ਇਹਨਾਂ ਨੂੰ ਇੱਕ ਹਿਸਾਬ ਦੇ ਨਾਲ ਸਾਹ ਲੈਣ ਦਾ ਵੀ ਈਰਾਨ ਵਾਲਿਆਂ ਨੂੰ ਮੌਕਾ ਨਹੀਂ ਮਿਲ ਰਿਹਾ ਹੈਗਾ। ਈਰਾਨ ਦੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਤੇ ਇੰਟਰਨਲ ਸਿਕਿਉਰਿਟੀ ਫੋਰਸ ਜਿਹੜੀਆਂ ਕਮਾਂਡ ਆ ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਆ। ਪੀਟ ਹੈਗਸੈਥ ਨੇ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਵੀ ਬੰਬ ਜਿਹੜੇ ਉਹ ਸੁੱਟੇ ਜਾਣਗੇ ਇਹਨਾਂ ਸਾਰਿਆਂ ਨੂੰ ਖਤਮ ਕਰਨ ਦੇ ਲਈ। ਉਧਰ ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਵੀ ਜਿਹੜੀ ਅਟੈਕਸ ਆ ਉਹ ਐਸਕੇਲੇਟ ਹੋ ਗਏ ਆ। ਲੈਬਨਾਨ ਦੇ ਵਿੱਚੋਂ ਹਜ਼ਬੁੱਲਾ ਜੋ ਕਿ ਇਜ਼ਰਾਈਲ ਦੇ ਬਾਰਡਰ ਦੇ ਨਜ਼ਦੀਕ ਆ, ਉੱਥੇ ਜਿਹੜਾ ਹਰਜੋਤ ਸਿੰਘ ਜੀ ਇੱਕ ਦੂਜੇ ਦੇ ਉੱਤੇ ਹਮਲੇ ਜਿਹੜੇ ਉਹ ਹੋ ਰਹੇ ਆ। ਉਧਰ ਖਾਮੇਨਾਈ ਦਾ ਜਿਹੜਾ ਫਿਊਨਰਲ ਆ ਉਸ ਨੂੰ ਡਿਲੇ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਈਰਾਨ ਦਾ ਜਿਹੜਾ ਮੀਡੀਆ ਉਹ ਰਿਪੋਰਟ ਕਰ ਰਿਹਾ ਆ। ਸੋ ਉਹ ਇਹ ਕਹਿ ਰਿਹਾ ਵੀ ਇਹਦੇ ਨਾਲ ਜਿਹੜੇ ਅਫਸੋਸ ਕਰਨ ਵਾਲੇ ਆ ਮੋਰਨਰਸ ਹੈਗੇ ਆ ਉਹਨਾਂ ਨੂੰ ਤਹਿਰਾਨ ਦੇ ਵਿੱਚ ਪਹੁੰਚਣ ਦਾ ਮੌਕਾ ਜਿਹੜਾ ਉਹ ਮਿਲੇਗਾ। ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਇਸ ਦੇ ਜਿਹੜਾ ਹਰਜੋਤ ਸਿੰਘ ਜੀ ਵੀ ਜਿਹੜਾ ਖਾਮੇਨਾਈ ਦਾ ਜਦੋਂ ਉਸ ਨੂੰ ਕਰਨਾ ਆ ਫਿਊਨਰਲ ਕਰਨਾ ਹੈ ਵੀ ਕੀ ਉਹਦੇ ਉੱਤੇ ਤਾਂ ਨਹੀਂ ਹਮਲਾ ਕਰ ਦਿੱਤਾ ਜਾਂਦਾ। ਸੋ ਇਹ ਦੇਖਣ ਵਾਲੀ ਜਿਹੜੀ ਗੱਲ ਵੀ ਜਿਹੜੀ ਅੱਗੇ ਰਹੇਗੀ। ਈਰਾਨ ਉੱਦਾਂ ਆਪਣੇ ਵੱਲੋਂ ਮਿਜ਼ਾਈਲਸ ਲਗਾਤਾਰ ਕੰਟੀਨਿਊਸਲੀ ਫਾਇਰ ਕਰ ਰਿਹਾ ਹੈ, ਲਗਾਤਾਰ ਜਿਹੜਾ ਉਹ ਕਰ ਰਿਹਾ ਤੇ ਕਹਿੰਦੇ ਵੀ ਕਈ ਦਿਨ ਤੱਕ ਉਹ ਕਰੇਗਾ ਜਿੰਨੀ ਦੇਰ ਤੱਕ ਮਿਡਲ ਈਸਟ ਦੇ ਵਿੱਚ ਉਸ ਦੀ ਜਿਹੜੀ ਕਹਿ ਲਓ ਵੀ ਉਹਨੂੰ ਇਹ ਲੱਗਦਾ ਹੈ ਵੀ ਹਾਂ ਵੀ ਹੁਣ ਕੰਮ ਅੱਗੇ ਤੱਕ ਜਿਹੜਾ ਉਹ ਨਹੀਂ ਪਹੁੰਚ ਗਿਆ। ਵੈਸਟਰਨ ਅਧਿਕਾਰੀ ਤੇ ਯੂਐਸ ਦੇ ਜਿਹੜੇ ਸੈਂਟਰਲ ਕਮਾਂਡ ਸੈਂਟਕੌਮ ਦੇ ਕਮਾਂਡਰਸ ਨੇ ਉਹਨਾਂ ਨੇ ਇਹ ਕਿਹਾ ਵੀ ਇਹਨਾਂ ਦੀ ਇੰਟੈਂਸਿਟੀ ਪਹਿਲਾਂ ਦੇ ਨਾਲੋਂ ਈਰਾਨ ਦੇ ਹਮਲਿਆਂ ਦੀ ਘਟ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਕਰੰਟ ਰੇਟਸ ਦੇ ਨਾਲ ਜੇ ਇਹ ਚੱਲਦੇ ਰਹੇ ਤਾਂ ਈਰਾਨ ਦੇ ਕੋਲ ਅਗਲੇ ਕਈ ਦਿਨਾਂ ਦੀ ਕੈਪੇਬਿਲਿਟੀ ਹੈਗੀ ਆ। ਸੋ ਇਹ ਇੱਕ ਅਧਿਕਾਰੀ ਨੇ ਅਮਰੀਕਾ ਵਾਲੇ ਪਾਸਿਓਂ ਜਿਹੜਾ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਇਹ ਦੱਸਿਆ ਹੈਗਾ ਆ। ਸੋ ਇਹ ਮੰਨਿਆ ਜਾ ਰਿਹਾ ਆ ਵੀ ਈਰਾਨ ਅਜੇ ਕਈ ਹੋਰ ਦਿਨ ਇਸ ਲੜਾਈ ਦੇ ਵਿੱਚ ਇਦਾਂ ਹੀ ਮਿਜ਼ਾਈਲਸ ਫਾਇਰ ਕਰਦਾ ਜਿਹੜਾ ਉਹ ਰਹਿ ਸਕਦਾ ਹੈਗਾ ਆ। ਉਧਰ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਓਮਾਨ ਦੀ ਨੇਵੀ
ਨੇ ਜਿਹੜਾ ਉਹ ਦੱਸਿਆ ਵੀ ਉਹਨਾਂ ਨੇ 24 ਜਾਣਿਆਂ ਵਾਲਾ ਇੱਕ ਕਰੂ, ਜਿਸ ਦੇ ਉੱਤੇ ਮਾਲਟਾ ਦੇ ਮੁਲਕ ਦਾ ਝੰਡਾ ਲੱਗਾ ਸੀ, ਕਾਰਗੋ ਸ਼ਿਪ ਸੀ, ਜਿਸ ਦੇ ਉੱਤੇ 2 ਮਿਜ਼ਾਈਲਸ ਲੱਗੀਆਂ ਸੀ, ਉਹਨਾਂ ਬੰਦਿਆਂ ਨੂੰ ਜਿਹੜਾ ਉੱਥੇ ਬਚਾਇਆ ਹੈਗਾ ਆ। ਈਰਾਨ ਵਾਲਿਆਂ ਨੇ ਕਿਹਾ ਸੀਗਾ ਵੀ ਜਿਹੜਾ ਵੀ ਕੋਈ ਸਟ੍ਰੇਟ ਆਫ ਹਾਰਮਜ਼ ਦੇ ਵਿੱਚੋਂ ਕੋਈ ਵੀ ਜਹਾਜ਼ ਜਾਂ ਤੇਲ ਵਾਲਾ ਟੈਂਕਰ ਲੰਘੇਗਾ ਜਾਂ ਲੰਘਣ ਦੀ ਕੋਸ਼ਿਸ਼ ਕਰੂਗਾ, ਅਸੀਂ ਉਸ ਨੂੰ ਅੱਗ ਲਗਾ ਦੇਵਾਂਗੇ, ਉਹ ਉਹਨਾਂ ਨੇ ਲੰਘਣ ਨਹੀਂ ਦੇਣਾ ਹੈਗਾ। ਸੋ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਸਿਚੁਏਸ਼ਨ ਆ ਉਹ ਅੱਗੇ ਵੱਧ ਰਹੀ ਆ। ਈਰਾਨ ਵਾਲੇ ਜੇ ਈਰਾਨ ਦੇ ਨਜ਼ਦੀਕ ਬਣੀ ਆ, ਜਿਹੜੀ ਇਰਾਨੀਅਨ ਵਾਰਸ਼ਿਪ ਆਇਰਿਸ ਦੀਨਾ ਆ, ਉਸ ਨੂੰ ਜਿਹੜਾ ਡੁਬਾਉਣ ਤੋਂ ਬਾਅਦ ਚ ਇਹੀ ਜਿਹੜਾ ਪਤਾ ਲੱਗ ਰਿਹਾ ਆ ਵੀ ਇਹ ਹਰ ਥਾਂ ਦੇ ਉੱਤੇ ਜਿੱਥੇ ਜਿੱਥੇ ਵੀ ਈਰਾਨ ਦੇ ਮਿਲਟਰੀ ਦੇ ਕੋਈ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਨਸ਼ਟ ਕਰਨ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਜਿਹੜਾ ਉਹ ਹਰ ਸੰਭਵ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਜੀ। ਸੋ ਬਿਲਕੁਲ ਡਿਫੈਂਸ ਸੈਕਟਰੀ ਪੀਟ ਹੈਕਸਥ ਉਹਨਾਂ ਨੇ ਕਿਹਾ ਵੀ ਯੂਐਸ ਐਕਸਲਰੇਟ ਕਰ ਰਿਹਾ, ਡੀਸੈਕਲੇਟ ਨਹੀਂ ਕਰ ਰਿਹਾ ਹੈਗਾ ਜੋ ਈਰਾਨ ਦੇ ਉੱਤੇ ਜੰਗ ਚੱਲ ਰਹੀ ਹੈਗੀ ਆ। ਸੋ ਇਸੇ ਕਰਕੇ ਸ਼੍ਰੀਲੰਕਾ ਦੇ ਪਾਣੀਆਂ ਦੇ ਲਾਗੇ ਜੋ ਆ ਉੱਥੇ ਦਾ ਜਿਹੜਾ ਨੇਵਲ ਵੈਸਲ ਸੀਗਾ ਉਸ ਨੂੰ ਜਿਹੜਾ ਤਬਾਹ ਕੀਤਾ ਹੈਗਾ ਆ। ਈਰਾਨ ਦੀ ਗਵਰਨਮੈਂਟ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਕਹਿ ਰਿਹਾ ਆ ਵੀ ਅਲੀ ਖਮੇਨਾਈ ਦੀ ਜੋ ਫਿਊਨਰਲ ਸੀਗਾ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ। ਸੋ ਫਾਰ 1000 ਲੋਕਾਂ ਦੀ ਸਿਵਲੀਅਨ ਦੀ ਮੌਤ ਹੋ ਚੁੱਕੀ ਹੈ, ਜਿਹਦੇ ਵਿੱਚੋਂ 180 ਬੱਚੇ ਹੈਗੇ ਆ। 6 ਅਮਰੀਕਨ ਫੌਜੀਆਂ ਦੀ ਮੌਤ ਹੋ ਚੁੱਕੀ ਹੈਗੀ ਆ ਜਦੋਂ ਤੋਂ ਜੰਗ ਸ਼ੁਰੂ ਹੋਈ ਹੈਗੀ ਆ। ਇਜ਼ਰਾਈਲ ਦੇ ਆਫੀਸ਼ੀਅਲ ਤੇ ਇੰਟੈਲੀਜੈਂਸ ਹਮੇਸ਼ਾ ਹੀ ਇਹ ਕਹਿ ਰਹੇ ਆ ਵੀ ਦੇਖੋ ਈਰਾਨ 90% ਲੱਗੇ ਹੈਗਾ ਆ ਯੂਰੇਨੀਅਮ ਐਨਰਿਚਮੈਂਟ ਦੇ, ਇਸੇ ਕਰਕੇ ਅਸੀਂ ਸਟ੍ਰਾਈਕ ਕੀਤਾ ਹੈਗਾ ਆ। ਗੋਲਫ ਦੀਆਂ ਜਿਹੜੀਆਂ ਬਹੁਤੀਆਂ ਸਟੇਟਸ ਆ ਉਹ ਹੁਣ ਯੂਐਸ ਨੂੰ ਯੂਜ਼ ਨਹੀਂ ਕਰਨ ਦੇ ਰਹੀਆਂ ਆਪਣਾ 에ਅਰ ਸਪੇਸ, ਕਿਉਂਕਿ ਉਹ ਈਰਾਨ ਨੇ ਉਹਨਾਂ ਮੁਲਕਾਂ ਦੇ ਉੱਤੇ ਵੀ ਅਟੈਕ ਕੀਤਾ ਹੈਗਾ। ਪਰ ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੇਂਜ ਹੋ ਸਕਦਾ ਹੈਗਾ। ਇਜ਼ਰਾਈਲ ਦੀ ਮਿਲਟਰੀ ਨੇ ਇਹ ਕਿਹਾ ਵੀ ਮਿਲਟਰੀ ਕੰਪਾਊਂਡ ਇੱਕ ਤਹਿਰਾਨ ਦੇ ਵਿੱਚ ਸੀ, ਉੱਥੇ ਉਹਨਾਂ ਨੇ ਥੋੜਾ ਸਮਾਂ ਪਹਿਲਾਂ ਅਟੈਕ ਕੀਤਾ ਜਿੱਥੇ 100 ਦੇ ਕਰੀਬ ਇਜ਼ਰਾਈਲੀ 에ਅਰ ਫੋਰਸ ਜੈਟਸ ਉਸ ਕੰਪਾਊਂਡ ਨੂੰ ਅਟੈਕ ਕਰਨ ਗਏ ਤੇ ਜਿਹਦੇ ਵਿੱਚ 250 ਮੁਨੀਸ਼ਨਸ ਉਹਨਾਂ ਨੇ ਯੂਜ਼ ਕੀਤੇ ਹੈਗੇ ਆ। ਗਰਾਊਂਡ ਦੇ ਵਿੱਚ ਕੀ ਹੋ ਰਿਹਾ, CIA ਟਰਾਈ ਕਰ ਰਹੀ ਆ ਕੁਰਦਿਸ਼ ਲੋਕਾਂ ਨੂੰ ਜੋ ਕੁਰਦ ਹੈਗੇ ਆ ਵੀ ਉਹਨਾਂ ਨੂੰ ਕੀਤਾ ਜਾਵੇ, ਉਹਨਾਂ ਨੂੰ ਸਾਰੀ ਸਹਾਇਤਾ ਦਿੱਤੀ ਜਾਵੇ ਜਾਂ ਇੰਟਰਨਲੀ ਕੁਛ ਜਿਹੜੇ ਗਰੁੱਪ ਆ ਉਹ ਉਲਟ ਹੋਣ ਈਰਾਨ ਦੇ। ਜੋ ਟੈਂਕਰਸ ਆ ਉਹ ਸਟ੍ਰੇਟ ਆਫ ਹਾਰਮੋਜ਼ ਆ ਉੱਥੇ ਰੁਕੇ ਹੋਏ ਹੈਗੇ ਆ, ਉੱਥੋਂ ਜਾ ਨਹੀਂ ਰਹੇ, ਪਰ ਅਮਰੀਕਾ ਕੋਸ਼ਿਸ਼ ਕਰ ਰਿਹਾ ਵੀ ਅਸੀਂ ਸਿਕਿਉਰਿਟੀ ਵੀ ਦੇਵਾਂਗੇ, ਜਿਹੜੀ ਇੰਸ਼ੋਰੈਂਸ ਆ ਉਹਦੇ ਉੱਤੇ ਵੀ ਵਰਕਆਊਟ ਚੱਲ ਰਿਹਾ ਹੈਗਾ। ਕਹਿੰਦੇ ਵੀ 200 ਦੇ ਕਰੀਬ ਸ਼ਿਪ ਜਿਹੜੇ ਆ ਉੱਥੋਂ ਲੰਘਦੇ ਹੈਗੇ ਆ, ਸੋ ਖਾਸ ਕਰਕੇ ਆਇਲ ਤੇ ਲਿਕੁਇਫਾਈਡ ਨੈਚੁਰਲ ਗੈਸ ਨੂੰ ਲੈ ਕੇ। ਕਤਰ ਦੇ ਵਿੱਚ ਕਾਫੀ ਗੁੱਸਾ ਆ ਈਰਾਨ ਦੇ ਲੋਕਾਂ ਦੇ ਉਲਟ, ਕਿਉਂਕਿ ਉਹਨਾਂ ਨੇ ਕਿਹਾ ਵੀ ਸਾਡੇ ਮੁਲਕ ਦੇ ਉੱਤੇ ਈਰਾਨ ਨੇ ਅਟੈਕ ਕੀਤਾ ਹੈਗਾ, ਪਰ ਈਰਾਨ ਵਾਲੇ ਕਹਿ ਰਹੇ ਆ ਵੀ ਤੁਸੀਂ ਬੇਸ ਬਣਾਇਆ ਤੇ ਤੁਹਾਤੋਂ ਜਿਹੜੇ ਤੁਹਾਡੇ ਬੇਸ ਤੋਂ ਅਮਰੀਕਾ ਸਾਡੇ ਤੇ ਅਟੈਕ ਕਰ ਰਿਹਾ ਹੈਗਾ ਆ। ਅਮਾਨ ਦੀ ਨੇਵੀ ਨੇ ਰੈਸਕਿਊ ਕੀਤਾ ਹੈਗਾ ਕਾਰਗੋ ਸ਼ਿਪ ਜਿਹਨੂੰ ਮਿਜ਼ਾਈਲ ਲੱਗੀ ਸੀ ਸਟੇਟ ਆਫ ਹਾਰਮਜ਼ ਵਾਲਾ ਜੋ ਏਰੀਆ ਹੈ ਉੱਥੇ। US ਮਿਲਟਰੀ ਨੇ ਵੀਡੀਓਜ਼ ਹੋਰ ਸ਼ੇਅਰ ਕੀਤੀਆਂ ਹੈਗੀਆਂ ਜਿੱਥੇ ਇਰਾਨੀਅਨ ਵਾਰਸ਼ਿਪ ਨੂੰ ਸਿੰਕ ਕੀਤਾ ਗਿਆ ਹੈਗਾ, ਜਿਹੜਾ ਕਿ ਲਗਭਗ 1000 ਮੀਲ ਦੂਰ ਸੀ ਈਰਾਨ ਦੇ ਕੋਸਟਲ ਵਾਟਰ ਤੋਂ। ਸ਼੍ਰੀਲੰਕਾ ਦੇ ਲਾਗੇ ਸੀ ਤੇ ਇੰਡੀਅਨ ਓਸ਼ਨ ਦੇ ਵਿੱਚ ਇਹ ਜਿਹੜਾ ਵਾਰਸ਼ਿਪ ਈਰਾਨ ਵਾਲਿਆਂ ਦਾ ਸੀਗਾ। ਸੋ ਪੈਂਟਾਗਨ ਦੇ ਲੀਡਰਸ ਜੋ ਟਰੂਪਸ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੀ ਪ੍ਰੇਜ਼ ਕਰ ਰਹੇ ਆ, ਕਹਿੰਦੇ ਵੀ ਅਸੀਂ ਤੁਹਾਡੀ ਜਿਹੜੀ ਸੈਕਰੀਫਾਈਸ ਆ ਉਹ ਕਦੇ ਵੀ ਨਹੀਂ ਭੁੱਲਾਂਗੇ। 4 ਜਣਿਆਂ ਦੇ ਨਾਂ ਉਹਨਾਂ ਨੇ ਡਿਸਕਲੋਜ਼ ਕਰ ਦਿੱਤੇ ਸੀ, ਕੈਪਟਨ ਕੋਡੀ ਕੌਰਕ, ਸਰਜੈਂਟ ਡੈਕਲਨ ਕੋਡੀ, ਸਰਜੈਂਟ ਫਸਟ ਕਲਾਸ ਨਿਕੋਲ ਅਮੋਰ ਤੇ ਸਰਜੈਂਟ ਫਸਟ ਕਲਾਸ ਨੋਏ ਟਿਟਜੈਂਸ। ਸੋ 2 ਜਣਿਆਂ ਦੇ ਹਜੇ ਨਾਂ ਨਹੀਂ ਆਏ ਹੈਗੇ। ਇਲੀਨੋਇਸ ਦੇ ਗਵਰਨਰ JB ਪ੍ਰਿਟਜ਼ੇਕਰ ਉਹਨਾਂ ਨੇ ਇਹ ਕਿਹਾ ਵੀ ਸਟੇਟ ਡਿਪਾਰਟਮੈਂਟ ਨੂੰ ਜਿਹੜੇ ਲੋਕਾਂ ਨੇ ਅਵੈਕੂਏਟ ਹੋਣਾ ਹੈਗਾ ਉੱਥੋਂ ਉਹਨਾਂ ਨੂੰ ਕਲੀਅਰ ਇੰਸਟਰਕਸ਼ਨ ਦੇਣੀਆਂ ਚਾਹੀਦੀਆਂ ਵੀ ਬਹੁਤ ਜ਼ਿਆਦਾ ਲੋਕ ਫਸੇ ਹੋਏ ਹੈਗੇ ਆ। ਇਹ 'ਚ ਕੋਈ ਝੂਠ ਨਹੀਂ ਹੈ, ਬਹੁਤ ਸਾਰੇ ਲੋਕ ਉੱਥੇ ਫਸੇ ਹੋਏ ਆ ਤੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਸ ਤਰ੍ਹਾਂ ਅਸੀਂ ਉੱਥੋਂ ਬਾਹਰ ਜਿਹੜਾ ਆ ਨਿਕਲੀਏ। ਕੋਸ਼ਿਸ਼ ਅਮਰੀਕਨਸ ਕਰ ਰਹੇ ਆ ਮਿਡਲ ਈਸਟ ਦੇ ਜਿੰਨੇ ਵੀ ਮੁਲਕ ਆ ਉਹਨਾਂ ਚੋਂ ਨਿਕਲ ਤੋਂ ਬਾਹਰ, ਪਰ ਕਹਿੰਦੇ ਵੀ ਗਵਰਨਮੈਂਟ ਦੇ ਰਿਸਪੌਂਸ ਤੋਂ ਬਹੁਤ ਜ਼ਿਆਦਾ ਫਰਸਟ੍ਰੇਟਡ ਹੈਗੇ ਆ। ਅਮਰੀਕਾ ਨੇ 14 ਮੁਲਕਾਂ ਤੋਂ ਮਿਡਲ ਈਸਟ ਦੇ ਜੋ ਹੈਗੇ ਆ
ਲੋਕਾਂ ਨੂੰ ਇਹ ਕਿਹਾ ਅਮਰੀਕਨ ਸਿਟੀਜ਼ਨ ਜਾਂ ਜੋ ਵੀ ਰੈਜ਼ੀਡੈਂਟਸ ਹੈਗੇ ਗ੍ਰੀਨ ਕਾਰਡ ਹੋਲਡਰਸ ਤੇ ਇਹਨਾਂ ਮੁਲਕਾਂ ਤੋਂ ਬਾਹਰ ਨਿਕਲ ਆਓ। ਸ਼ਾਸ਼ਾ ਹੌਫਮੈਨ ਇੱਕ ਅਮਰੀਕਨ ਆ ਜੋ ਸ਼ਿਕਾਗੋ ਦੇ ਵਿੱਚ ਰਹਿੰਦੀ ਆ, ਵਕੇਸ਼ਨ ਕਰਨ ਦੁਬਈ ਗਈ ਸੀ ਤੇ ਉਹਨੇ ਕਿਹਾ ਵੀ ਜਦੋਂ ਯੂਐਸ ਇਜ਼ਰਾਈਲ ਦਾ ਮਿਲਟਰੀ ਐਕਸ਼ਨ ਸ਼ੁਰੂ ਹੋ ਗਿਆ ਤੇ ਉਹਦੀ ਜਿਹੜੀ ਫਲਾਈਟ ਆ ਉਹ ਕੈਂਸਲ ਹੋ ਗਈ ਤੇ ਜਿਸ ਹਿਸਾਬ ਦੇ ਨਾਲ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਸੁਣਿਆ ਵੀ ਆਪਰੇਸ਼ਨ ਐਪਿਕ ਫਰੀ ਜੋ ਆ ਉਹ 4 ਤੋਂ 5 ਵੀਕ ਤੱਕ ਵੀ ਚੱਲ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਅਸੀਂ ਹੁਣ ਟਰੈਪਡ ਹੈਗੇ ਆ ਤੇ ਸਾਨੂੰ ਪਤਾ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਇੱਥੋਂ ਆਪਾਂ ਨਿਕਲ ਕੇ ਬਾਹਰ ਜਾਈਏ ਕਿਉਂਕਿ ਸਾਰੇ 에ਅਰਪੋਰਟਸ ਬੰਦ ਆ। ਜੀ ਬਿਲਕੁਲ। ਮਿਊਨੇਸ਼ਨਸ ਦਾ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਰੌਲਾ ਹੈ ਆਪਰੇਸ਼ਨ ਐਪਿਕ ਫਿਊਰੀ ਦੇ ਵਿੱਚ ਜਿਹੜਾ 2000 ਤੋਂ ਵੱਧ ਟਾਰਗੇਟਸ ਦੇ ਉੱਤੇ ਅਮਰੀਕਾ ਤੇ ਇਜ਼ਰਾਈਲ ਨੇ ਮਿਲ ਕੇ ਹਮਲਾ ਜਿਹੜਾ ਉਹ ਕੀਤਾ ਆ। ਹੁਣ ਇਹ ਭਰੋਸਾ ਦਿਵਾ ਰਹੇ ਆ ਟਰੰਪ ਹੁਣੀ ਤੇ ਪੀਟ ਹੈਗਸੈਥ ਹੁਣੀ, ਕਹਿੰਦੇ ਵੀ ਮਿਊਨੇਸ਼ਨ ਸਾਡੀਆਂ ਜਿਹੜੀਆਂ ਉਹ ਘੱਟ ਨਹੀਂ ਹੈਗੀਆਂ ਤੇ ਜਿੰਨੀ ਦੇਰ ਤੱਕ ਈਰਾਨ ਕਾਊਂਟਰ ਕਰੀ ਜਾ ਰਿਹਾ ਉਸ ਤੋਂ ਜ਼ਿਆਦਾ ਸਾਡੇ ਕੋਲ ਹੈਗਾ ਆ। ਟਰੰਪ ਹੁਣਾਂ ਨੇ ਤਾਂ ਬੀਤੇ ਦਿਨਾਂ 'ਚ ਕਿਹਾ ਸੀਗਾ ਵੀ ਅਸੀਂ ਤਾਂ ਫੋਰਐਵਰ ਲੜਾਈ ਵੀ ਜਿਹੜੀ ਉਹ ਲੜ ਸਕਦੇ ਹਾਂ, ਸਾਡੇ ਕੋਲ ਸਟਾਕ ਪਾਈਲ ਬਹੁਤ ਜ਼ਿਆਦਾ ਜਿਹੜੇ ਉਹ ਪਏ ਆ, ਪਰ ਇਹ ਮਹਿੰਗੇ ਬਹੁਤ ਆ। ਅਮਰੀਕਨ ਟੈਕਸਪੇਅਰ ਨੂੰ ਇਹ ਚਾਹੇ ਪਤਾ ਨਹੀਂ ਕਿੰਨੇ ਦਿਨ ਦੀ ਇਹ ਜਿਹੜੀ ਲੜਾਈ ਰਹਿਣੀ ਆ, ਹਰਜੋਤ ਸਿੰਘ ਜੀ ਵਾਰ ਰਹਿਣੀ ਆ, ਇਹ ਬਿਲੀਅਨਸ ਆਫ ਡਾਲਰ ਦੇ ਵਿੱਚ ਪੈਣੀ ਹੈ। ਇੱਕ ਦਿਨ ਦਾ ਜਿਹੜਾ ਖਰਚਾ ਆ ਉਹ 700 ਮਿਲੀਅਨ ਡਾਲਰ ਤੋਂ ਵੱਧ ਇਸ ਟਾਈਮ ਆ ਰਿਹਾ ਆ ਤੇ ਅਮਰੀਕਾ ਨੇ ਟੈਕਸਪੇਅਰ ਨੇ ਆਲਰੇਡੀ ਇਦਾਂ ਦੀਆਂ ਫੋਰਐਵਰ ਵਾਰਸ ਝੱਲੀਆਂ ਜਿਹਦੇ ਵਿੱਚ ਟ੍ਰਿਲੀਅਨਸ ਆਫ ਡਾਲਰ ਦਾ ਖਰਚਾ ਹੋਇਆ ਆ। ਉਹਨਾਂ ਵਾਰਸ ਦੇ ਕਰਕੇ ਹੀ ਅਮਰੀਕਾ ਦੇ ਉੱਤੇ ਜਿਹੜਾ ਡੈਟ ਆ ਉਹ ਵੀ ਬਹੁਤ ਜ਼ਿਆਦਾ ਵਧਿਆ ਹੈਗਾ ਆ। 17,500 ਲੋਕ ਸੋ ਫਾਰ ਮਿਡਲ ਈਸਟ ਨੂੰ ਛੱਡ ਕੇ ਅਮਰੀਕੀ ਸਿਟੀਜ਼ਨ ਉਹ ਛੱਡ ਕੇ ਜਿਹੜੇ ਉਹ ਆ ਚੁੱਕੇ ਹੈਗੇ ਆ। ਡਿਲਨ ਜੌਨਸਨ ਇਹ ਯੂਐਸ ਸਟੇਟ ਡਿਪਾਰਟਮੈਂਟ ਦੇ ਅਧਿਕਾਰੀ ਆ, ਉਹਨਾਂ ਨੇ ਇਹ ਜਿਹੜਾ ਉਹ ਦੱਸਿਆ ਵੀ 17,500 ਅਮਰੀਕਨਸ ਯੂਐਸ ਦੇ ਵਿੱਚ ਫਰਵਰੀ 28 ਤੋਂ ਬਾਅਦ ਹੁਣ ਤੱਕ ਆਏ ਆ ਤੇ ਕਹਿੰਦੇ ਮੰਗਲਵਾਰ ਨੂੰ ਹੀ 8,500 ਲੋਕ ਉਹਨਾਂ ਚੋਂ ਇੱਕੋ ਦਿਨ ਦੇ ਵਿੱਚ ਆਏ ਆ। ਇਹ ਜਿਹੜਾ ਪਤਾ ਲੱਗ ਰਿਹਾ ਮਿਡਲ ਈਸਟ ਦੇ ਵਿੱਚ ਜਿਹੜੇ ਲੋਕ ਫਸੇ ਆ, ਕੁਝ ਦੁਬਈ ਦੇ ਵਿੱਚ, UAE ਦੇ ਵਿੱਚ, ਅਬੂ ਧਾਬੀ 'ਚ, ਉਹ ਲੱਖਾਂ ਹੀ ਡਾਲਰ ਪ੍ਰਾਈਵੇਟ ਜੈਟਸ ਵਾਲਿਆਂ ਨੂੰ ਦੇਣ ਨੂੰ ਰਾਜੀ ਨੇ ਵੀ ਭਾਈ ਸਾਡੇ ਕੋਲ ਲੱਖਾਂ ਹੀ ਡਾਲਰ ਲੈ ਲਓ ਤੇ ਸਾਨੂੰ ਕਿਸੇ ਤਰੀਕੇ ਇੱਥੋਂ ਕੱਢ ਦਿਓ, ਸਾਨੂੰ ਸਾਡੇ ਮੁਲਕ ਤੱਕ ਜਿਹੜਾ ਉਹ ਪਹੁੰਚਾ ਜਿਹੜਾ ਉਹ ਦਿਓ। ਸੋ ਇਹ ਹੁਣ ਚੀਜ਼ ਚੱਲ ਰਹੀ ਆ। ਉਧਰ ਮਾਗਾ ਦੇ ਵਿੱਚ ਕੌਨਫਲਿਕਟ ਜਿਹੜਾ ਇਹਨਾਂ ਦਾ ਦਰਾਰਾਂ ਜਿਹੜੀਆਂ ਉਹ ਵੱਧ ਰਹੀਆਂ ਆ। ਟਰੰਪ ਦਾ ਬੇਸ, ਕਿਉਂਕਿ ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ 'ਚ ਕਿਹਾ ਆਈ ਐਮ ਪ੍ਰੈਜ਼ੀਡੈਂਟ ਆਫ ਪੀਸ, ਆਈ ਐਮ ਕੈਂਡੀਡੇਟ ਆਫ ਪੀਸ, ਨੋ ਨਿਊ ਵਾਰਸ, ਨੋ ਫੋਰਐਵਰ ਵਾਰਸ, ਮੇਰੀ ਪਰਸਨੈਲਿਟੀ ਵਾਰਸ ਦੇ ਉਲਟ ਵਾਲੀ ਆ ਤੇ ਆਪ ਜਿਹੜੀਆਂ ਆ ਹੁਣ ਜਿਹੜੀ ਇੱਕ ਹਿਸਾਬ ਦੇ ਨਾਲ ਵੱਡੀ ਲੜਾਈ ਜਿਹੜੀ ਉਹ ਛੇੜ ਬੈਠੇ ਹੈਗੇ ਆ। ਸੋ ਇਹਨਾਂ ਦੇ ਆਪਣੇ ਬੇਸ ਦੇ ਵਿੱਚ ਵੀ ਨਿਰਾਸ਼ਾ ਜਿਹੜੀ ਆ ਟਰੰਪ ਹੁਣਾਂ ਦੇ ਇਹਨਾਂ ਐਕਸ਼ਨਸ ਨੂੰ ਲੈ ਕੇ ਹੋ ਰਹੀ ਆ। ਟਰੰਪ ਦਾ ਬੇਸ ਜਿਹੜਾ ਕਿਤੇ ਨਾ ਕਿਤੇ ਬਿਟਰੇਡ ਵੀ ਮਹਿਸੂਸ ਜਿਹੜਾ ਉਹ ਕਰ ਰਿਹਾ ਹੈਗਾ ਆ, ਖਾਸ ਕਰਕੇ ਉਦੋਂ ਜਦੋਂ 6 ਅਮਰੀਕੀ ਆਲਰੇਡੀ ਜਿਹੜੇ ਆ ਉਹ ਅਮਰੀਕਾ ਦੇ ਝੰਡਿਆਂ ਦੇ ਕਫਨ ਦਾ ਵਿੱਚ ਕੈਸਕਟਸ ਦੇ ਵਿੱਚ ਵਾਪਸ ਜਿਹੜੇ ਉਹ ਆਏ ਆ, ਉਹਨਾਂ ਦੀ ਮੌਤ ਜਿਹੜੀ ਉਹ ਹੋਈ ਹੈਗੀ ਆ। ਉਧਰ ਇੰਡੀਆ ਨੇ ਹੁਣ ਇੰਡੀਆ ਵੀ ਇਸ ਗੱਲ ਤੋਂ ਐਂਗਲ 'ਚ ਆ ਗਿਆ ਨਾ, ਜਿਹੜਾ ਉਹਨਾਂ ਦਾ ਆਇਰਿਸ ਡੀਨਾ ਜਿਹੜਾ ਵਾਰਸ਼ਿਪ ਸੀਗੀ ਈਰਾਨ ਦੀ, ਉਹ ਉੱਥੇ ਪਹੁੰਚੀ ਹੋਈ ਸੀ। ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਉਹਨਾਂ ਕਲੇਮਸ ਨੂੰ ਰਿਜੈਕਟ ਕੀਤਾ ਆ, ਨਾ ਕੀਤੀ ਆ ਵੀ ਉਹਨਾਂ ਨੇ US ਨੇਵੀ ਨੂੰ ਆਪਣੇ ਜਿਹੜੇ ਪੋਰਟਸ ਆ ਉਹ ਵਰਤਣ ਦੇ ਲਈ ਆਗਿਆ ਦਿੱਤੀ ਸੀਗੀ US ਨੇਵੀ ਨੂੰ, ਸੋ ਈਰਾਨ ਦੇ ਉਲਟ ਵਾਰ ਦੇ ਵਿੱਚ। ਸੋ ਉਹਨਾਂ ਨੇ ਨਾ ਕਰ ਦਿੱਤੀ ਆ। ਥੋੜੇ ਦਿਨ ਪਹਿਲਾਂ ਇੱਕ ਮੈਟ ਗੇਟਸ ਜਿਹੜੇ ਸਾਬਕਾ ਰਿਪਰੈਜ਼ੈਂਟੇਟਿਵ ਆ, ਉਹ ਇੱਕ ਸਾਬਕਾ ਮੇਜਰ ਦੀ ਇੰਟਰਵਿਊ ਕਰ ਰਹੇ ਸੀ, ਜਿਹਦੇ ਵਿੱਚ ਉਸ ਸਾਬਕਾ ਮੇਜਰ ਨੇ ਇਹ ਦਾਅਵਾ ਕਰ ਦਿੱਤਾ ਸੀਗਾ ਵੀ ਅਮਰੀਕਾ ਦੇ ਜਿਹੜੇ ਆਲੇ ਦੁਆਲੇ ਬੇਸਿਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਆ, ਜਿਹਦੇ ਕਰਕੇ ਜਿਹੜੇ ਹਾਰਬਰ ਵੀ ਸੀਗੇ, ਜਿਨ੍ਹਾਂ ਬੰਦਰਗਾਹਾਂ ਦੇ ਉੱਤੇ ਇਹਨਾਂ ਦੇ ਨੇਵੀ ਵਾਲੇ ਸੀਗੇ, ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਕਰਕੇ ਇੰਡੀਆ ਦੀਆਂ ਜਿਹੜੀਆਂ ਪੋਰਟਸ ਆ, ਉਹਨਾਂ ਦੀਆਂ ਬੰਦਰਗਾਹਾਂ ਆ, ਉਹਨਾਂ ਨੂੰ ਅਮਰੀਕਾ ਦੀ ਨੇਵੀ ਦੇ ਦੁਆਰਾ ਵਰਤਿਆ ਜਿਹੜਾ ਜਾ ਰਿਹਾ ਹੈ। ਸੋ ਉਸ ਦੇ ਬਾਬਤ ਇਹਨਾਂ ਨੇ ਇਹ ਜਿਹੜਾ ਉਹ ਦਾਅਵਾ ਰਿਜੈਕਟ ਕੀਤਾ ਇੰਡੀਆ ਦੀ ਐਕਸਟਰਨਲ ਅਫੇਅਰਸ ਨੇ, ਮਿਨਿਸਟਰੀ ਨੇ, ਵੀ ਨਹੀਂ ਅਸੀਂ US ਦੀ ਨੇਵੀ ਨੂੰ ਆਪਣੇ ਜਿਹੜੇ ਪੋਰਟਸ ਆ ਉਹਨਾਂ ਦੀ ਵਰਤੋਂ ਨਹੀਂ ਜਿਹੜੀ ਉਹ ਕਰਨ ਦਿੱਤੀ ਹੈਗੀ। ਪਰ ਜਦ ਕਿ ਆਪਾਂ ਦੇਖਿਆ ਵੀ ਇੰਡੀਅਨ ਓਸ਼ਨ ਦੇ ਵਿੱਚ ਹੀ ਈਰਾਨ ਦਾ ਜਿਹੜਾ ਵਾਰਸ਼ਿਪ ਸੀਗਾ ਆਇਰਿਸ ਡੀਨਾ, ਉਸ ਨੂੰ ਸਬਮਰੀਨ ਦੇ ਨਾਲ ਟੋਰਪੀਡੋ ਕਰਕੇ ਜਿਹੜਾ ਉਹ
ਮਾਰ ਦਿੱਤਾ ਗਿਆ ਸੀ, ਡੁਬਾ ਜਿਹੜਾ ਉਹ ਦਿੱਤਾ ਗਿਆ ਸੀ ਸਬਮਰੀਨ ਅਟੈਕ ਦੇ ਜਿਹੜੇ ਉਹ ਨਾਲ। ਸੋ ਲਗਾਤਾਰ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਚੀਜ਼ਾਂ ਅਨਫੋਲਡ ਹੋ ਰਹੀਆਂ ਆ, ਚੀਜ਼ਾਂ ਜਿਹੜੀਆਂ ਆ ਉਹ ਵੱਧ ਰਹੀਆਂ ਆ। ਈਰਾਨ ਦੇ ਦੁਆਰਾ ਖਾਸ ਕਰਕੇ ਆ ਜਿਹੜੀ ਹੁਣ ਟਰਕੀ ਵਾਲੇ ਪਾਸੇ ਨੂੰ ਮਿਜ਼ਾਈਲ ਜਿਹੜੀ ਸੁੱਟੀ ਗਈ ਸੀ, ਉਸ ਨੂੰ ਲੈ ਕੇ ਵੀ ਜਿਹੜੀ ਸਿਚੁਏਸ਼ਨ ਐਸਕਲੇਟ ਜਿਹੜੀ ਉਹ ਹੋ ਜਾਣੀ ਸੀਗੀ ਜੇ ਉਹ ਟਰਕੀ ਦੇ ਉੱਤੇ ਇਸ ਦਾ ਕਹਿ ਲਓ ਵੀ ਮਿਜ਼ਾਈਲ ਜਿਹੜੀ ਉਹ ਡਿੱਗ ਜਾਂਦੀ, ਤਾਂ ਫਿਰ ਉਹ ਨਾਟੋ ਦੇ ਉੱਤੇ ਹਮਲੇ ਦੇ ਤੌਰ ਦੇ ਉੱਤੇ ਉਸ ਨੂੰ ਦੇਖਿਆ ਜਿਹੜਾ ਉਹ ਜਾਣਾ ਸੀ। ਸੋ ਰੀਜਨਲ ਕੌਨਫਲਿਕਟ ਜਿਹੜਾ ਇਸ ਟਾਈਮ ਲਗਾਤਾਰ ਵੱਧ ਰਿਹਾ ਆ, ਚੱਲ ਰਿਹਾ ਆ, ਤੇ ਸੀਜ਼ ਫਾਇਰ ਦੀ ਅਜੇ ਕੋਈ ਸੰਭਾਵਨਾ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਹੈਗੀ। ਜੀ ਕਹਿੰਦੇ ਵੀ ਯੂਐਸ ਨੇ 3 ਮੁਲਕਾਂ ਦੇ ਵਿੱਚ ਅੰਬੈਸੀਜ਼ ਬੰਦ ਕੀਤੀਆਂ ਹੋਈਆਂ ਆ ਆਪਣੀਆਂ, ਤੇ ਅਮਰੀਕਨ ਲੋਕਾਂ ਨੂੰ ਇਹ ਕਿਹਾ ਆ ਵੀ ਇੱਥੋਂ ਨਿਕਲ ਜਾਓ ਮਿਡਲ ਈਸਟ ਚੋਂ। ਯੂਨਾਈਟਿਡ ਅਰਬ ਐਮੀਰੇਟਸ ਨੇ ਇਹ ਕਿਹਾ ਆ ਵੀ ਉਹਨਾਂ ਦਾ ਜਿਹੜਾ ਸੇਫ 에ਅਰ ਕੋਰੀਡੋਰਸ ਆ ਉਹ ਖੋਲ ਦਿੱਤੇ ਆ ਉਹਨਾਂ ਨੇ। ਸੋ ਉਹ ਉੱਥੋਂ ਬਹੁਤ ਸਾਰੇ ਲੋਕ ਜਿਹੜੇ ਆ ਬਾਹਰ ਨੂੰ ਫਲਾਈਟਸ ਦੇ ਰਾਹੀਂ ਭੱਜ ਰਹੇ ਹੈਗੇ ਆ। ਯੂਐਸ ਦੇ ਸੈਕਟਰੀ ਜਿਹੜੇ ਡਿਫੈਂਸ ਸੈਕਟਰੀ ਆ, ਸੈਕਟਰੀ ਆਫ ਵਾਰ ਹੈਕਸਥ, ਉਹਨਾਂ ਨੇ ਇਹ ਕਿਹਾ ਵੀ ਹਜੇ ਤਾਂ ਅਸੀਂ ਜੰਗ ਸ਼ੁਰੂ ਕਰਨੀ ਹੈਗੀ ਆ। ਕਹਿੰਦੇ ਵੀ ਵੀ ਵਿਲ ਸਟ੍ਰਾਈਕ ਡੀਪਰ ਇਨਟੂ ਈਰਾਨ। ਜਦੋਂ ਹੁਣ ਜਿਹੜੀ ਇਹ ਜੰਗ ਆ ਵੱਖ-ਵੱਖ ਰੀਜਨ 'ਚ ਵੱਧਦੀ ਜਾ ਰਹੀ ਆ। ਕਹਿੰਦੇ ਵੀ ਟਰਕੀ ਨੇ ਕਿਹਾ ਵੀ ਨਾਟੋ ਨੇ ਇੱਕ ਇਰਾਨੀਅਨ ਮਿਜ਼ਾਈਲ ਨੂੰ ਜਿਹੜਾ ਥੱਲੇ ਸਿੱਟ ਲਿਆ ਹੈਗਾ ਆ, ਕਿਉਂਕਿ ਟਰਕੀ ਵੱਲ ਨੂੰ ਜਾ ਰਹੀ ਸੀ। ਸੋ ਇਹ ਜਿਹੜਾ ਕਨਫਲਿਕਟ ਆ ਵੱਧਦਾ ਜਾ ਰਿਹਾ। ਡੈਥ ਟੋਲ ਆਪਾਂ ਤੁਹਾਨੂੰ ਦੱਸ ਹੀ ਚੁੱਕੇ ਆ ਵੀ 1000 ਤੋਂ ਵੱਧ ਲੋਕਾਂ ਦੀ ਆਲਰੇਡੀ ਹੋ ਚੁੱਕੀ ਹੈਗੀ ਆ, ਤੇ 185 ਦੇ ਕਰੀਬ ਜਾਂ 200 ਦੇ ਕਰੀਬ ਜਿਹੜੇ ਬੱਚੇ ਆ ਉਹਨਾਂ ਦੀ ਵੀ ਮੌਤ ਉੱਥੇ ਹੋ ਸਕਦੀ ਹੈਗੀ ਆ। ਤੇ ਵਾਈਟ ਹਾਊਸ ਡਿਫੈਂਸ ਐਗਜ਼ੀਕਿਊਟਿਵ ਦੀ ਗੱਲਬਾਤ ਕਰੂਗਾ ਕਿਸ ਹਿਸਾਬ ਦੇ ਨਾਲ ਜਿਹੜੀ ਵੈਪਨਸ ਆ ਉਹਨਾਂ ਦੀ ਪ੍ਰੋਡਕਸ਼ਨ ਤੇਜ਼ੀ ਦੇ ਨਾਲ ਵਧਾਈ ਜਾ ਸਕੇ। ਯੂਐਸ ਦੇ ਵਿੱਚ ਗੈਸ ਦੀਆਂ ਪ੍ਰਾਈਸਸ 9 ਸੈਂਟ ਹੋਰ ਗੈਲਨ ਵੱਧ ਗਈਆਂ। ਐਵਰੇਜ ਯੂਐਸ ਦੇ ਵਿੱਚ ਜਿਹੜੇ AAA ਦੇ ਮੁਤਾਬਕ ਗੈਸ ਦੀ ਪ੍ਰਾਈਸ $3.19 ਹੋ ਗਈ ਹੈਗੀ ਆ। ਪਿਛਲੇ 2 ਦਿਨਾਂ 'ਚ 20 ਸੈਂਟ ਤੋਂ ਵੱਧ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਵੱਧ ਚੁੱਕੀ ਹੈਗੀ ਆ। ਇਹ ਮੈਂ USA ਦੀ ਗੱਲ ਦੱਸ ਰਿਹਾ। ਕੈਲੀਫੋਰਨੀਆ ਦੇ ਵਿੱਚ ਤਾਂ $5 ਦੇ ਲਾਗੇ ਜਿਹੜੀ ਗੈਸ ਆ ਉਹ ਪਹੁੰਚ ਚੁੱਕੀ ਹੈਗੀ ਆ। ਕਿਉਂਕਿ 20% ਦੁਨੀਆ ਦਾ ਤੇਲ ਜੇ ਉਹ ਸਟ੍ਰੇਟ ਆਫ ਹਾਰਮੁਜ਼ ਤੋਂ ਜਾਂਦਾ ਆ, ਉੱਥੇ ਉਹ ਰੁਕਦੀ ਆ, ਉਹ ਨਹੀਂ ਲੰਘਣ ਦਿੰਦੇ, ਜਾਂ ਉੱਥੇ ਕਿਸੇ ਤਰ੍ਹਾਂ ਦੇ ਨਾਲ ਬੰਬਾਰਡਮੈਂਟ ਹੁੰਦੀ ਹੈਗੀ ਆ, ਤੇ ਇਹ ਬਹੁਤ ਵੱਡਾ ਅਸਰ ਜਿਹੜਾ ਆ ਪੂਰੀ ਦੁਨੀਆ ਦੇ ਮੁਲਕਾਂ ਦੇ ਉੱਤੇ ਪਊਗਾ। ਲੈਬਨਾਨ ਦੇ ਜਿਹੜੇ ਸਿਵਿਲੀਅਨਸ ਆ, ਉਹਨਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ। ਉਹ ਕੋਸ਼ਿਸ਼ ਕਰ ਰਿਹਾ ਕਿਉਂਕਿ ਇਜ਼ਰਾਈਲ ਵਾਲਿਆਂ ਨੇ ਲੈਬਨਾਨ ਦੇ ਉੱਤੇ ਵੀ ਹਮਲਾ ਸ਼ੁਰੂ ਕਰ ਦਿੱਤਾ ਹੋਇਆ ਹੈਗਾ ਆ। ਸੋ ਈਰਾਨ ਰਿਟੈਲੀਏਟਰੀ ਸਟ੍ਰਾਈਕਸ ਜੋ ਆ ਉਹ ਲਾਂਚ ਕਰ ਰਿਹਾ ਹੈਗਾ ਜਿੱਦਾਂ ਜਿੱਦਾਂ ਜਿਹੜਾ ਇਹ ਕਨਫਲਿਕਟ ਆ ਵੱਧਦਾ ਜਾ ਰਿਹਾ ਹੈਗਾ ਆ। ਹੋਮਲੈਂਡ ਸਿਕਿਉਰਿਟੀ ਦੀ ਚੀਫ ਨੇ ਕਿਸੇ ਤਰ੍ਹਾਂ ਦਾ ਈਰਾਨ ਦੇ ਬਾਬਤ ਕੋਈ ਮੈਂਸ਼ਨ ਨਹੀਂ ਕੀਤਾ, ਕਿਉਂਕਿ ਉਹਨਾਂ ਦੀ ਜੋ ਕ੍ਰਿਸਟੀ ਨੋਏਮ ਆ ਉਹਨਾਂ ਦੀ ਹੀਅਰਿੰਗ ਚੱਲ ਰਹੀ ਸੀ, ਤੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮੈਂਸ਼ਨ ਨਹੀਂ ਕੀਤੀ ਗਈ ਹੈਗੀ। ਸੈਨੇਟਰ ਕੇਨ ਨੇ ਦੱਸਿਆ ਵੀ ਜਿਹੜੇ ਸੈਨੇਟਰਸ ਆ ਉਹਨਾਂ ਨੂੰ ਦੇ ਸ਼ੁਡ ਗੋ ਔਨ ਰੈਕਰਡ ਫॉर ਔਰ ਅਗੇਂਸਟ ਵਾਰ ਔਰ ਰਿਸਕ ਵਿਲੀ ਨੀਲੀ ਵਾਰਫੇਅਰ। ਵੀ ਤੁਹਾਨੂੰ ਜਾਂ ਤਾਂ ਹੱਕ 'ਚ ਆਉਣਾ ਚਾਹੀਦਾ ਜਾਂ ਅਗੇਂਸਟ, ਪਰ ਤੁਹਾਨੂੰ ਜਿਹੜੇ ਆਪਣੇ ਵਿਊ ਪੁਆਇੰਟ ਆ ਉਹ ਦੱਸਣੇ ਚਾਹੀਦੇ ਹੈਗੇ ਆ। ਸੋ ਇਹ ਜੋ ਜਿੰਨੀ ਕੁ ਅਪਡੇਟ ਹੈਗੀ ਆ, ਯੂਰਪੀਅਨ ਲੀਡਰ ਜਿਹੜੇ ਆ ਬੜੀ ਫਾਈਨ ਲਾਈਨ ਦੇ ਉੱਤੇ ਚੱਲ ਰਹੇ ਹੈਗੇ ਆ। ਸੋ ਉਹ ਚਾਹੁੰਦੇ ਨਹੀਂ ਹੈ ਵੀ ਅਸੀਂ ਈਰਾਨ ਵਾਰ ਦੇ ਵਿੱਚ ਇਨਵੋਲਵ ਹੋ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਜ਼ਰਾਈਲ ਦੀਆਂ 에ਅਰ ਸਟ੍ਰਾਈਕਸ ਦੇ ਨਾਲ 72 ਜਾਣਿਆਂ ਦੀ ਮੌਤ ਹੋਈ ਆ ਲੈਬਨਾਨ ਦੇ ਵਿੱਚ। ਉਹਨਾਂ ਦੀ ਲੈਬਨਾਨ ਦੀ ਹੈਲਥ ਮਿਨਿਸਟਰੀ ਨੇ ਇਹ ਦੱਸਿਆ ਆ। ਲੈਬਨਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਰਿਕੁਐਸਟ ਕੀਤੀ, ਅਪੀਲ ਕੀਤੀ ਯੂਐਸ ਨੂੰ ਵੀ ਇੰਟਰਵੀਨ ਕਰੋ, ਵੀ ਇਹ ਜਿਹੜੀਆਂ ਹਮਲੇ ਕੀਤੇ ਜਾ ਰਹੇ ਆ ਲੈਬਨਾਨ ਦੀ ਟੈਰੀਟਰੀ ਦੇ ਉੱਤੇ ਇਜ਼ਰਾਈਲ ਦੇ ਦੁਆਰਾ, ਇਜ਼ਰਾਈਲ ਅਗਰੈਸ਼ਨ ਦੇ ਉਲਟ, ਵੀ ਉਸ ਨੂੰ ਜਿਹੜਾ ਆ ਉਹ ਰੋਕਿਆ ਜਾਵੇ। ਲੈਬਨਾਨ ਦੇ ਪ੍ਰੈਜ਼ੀਡੈਂਟ ਜੋਸਫ ਔਨ ਉਹਨਾਂ ਨੇ ਯੂਐਸ ਅੰਬੈਸਡਰ ਨੂੰ ਜੋ ਉਹਨਾਂ ਦੇ ਮੁਲਕ ਦੇ ਵਿੱਚ ਆ ਉਹਨਾਂ ਨੂੰ ਇਹ ਗੁਹਾਰ ਜਿਹੜੀ ਉਹ ਲਾਈ ਹੈਗੀ। ਮਾਈਕਲ ਐਸਾ ਹੈਗੇ ਨੇ ਯੂਐਸ ਦੇ ਅੰਬੈਸਡਰ ਜਾਰਡਨ ਨੂੰ, ਸੋ ਉਹਨਾਂ ਲੈਬਨਾਨ ਨੂੰ, ਉਹਨਾਂ ਨੂੰ ਜਿਹੜਾ ਉਹਨਾਂ ਨੇ ਆਖਿਆ ਹੈਗਾ ਆ। ਸੋ ਉਧਰ ਜਿਹੜਾ ਹਰਜੋਤ ਸਿੰਘ ਜੀ ਯੂਰਪ ਨੂੰ ਲੈ ਕੇ ਜਿਹੜੇ ਪੈਡਰੋ ਸੈਂਚੇਜ਼ ਆ ਜਿਨ੍ਹਾਂ ਨੇ ਨਾਂਹ ਕਰ ਦਿੱਤੀ ਸੀਗੀ ਵੀ ਅਮਰੀਕਾ ਸਾਡੇ ਵਰਤ ਨਹੀਂ ਸਕਦਾ ਅੱਡਿਆਂ ਨੂੰ ਆਪਣੇ ਈਰਾਨ ਦੇ ਉੱਤੇ ਹਮਲਿਆਂ ਦੇ ਲਈ, ਉਹਨਾਂ ਨੇ ਇੱਕ ਵਾਰੀ ਫੇਰ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨੇ ਤਾਂ ਕਿਹਾ ਸੀਗਾ ਵੀ ਅਸੀਂ ਟ੍ਰੇਡ ਹੀ ਸਾਰਾ ਬੰਦ ਕਰ ਦੇਣਾ ਆ। ਉਸ ਤੋਂ ਬਾਅਦ 'ਚ ਪੈਡਰੋ ਜਿਹੜੇ ਸੈਂਚੇਜ਼ ਉਹਨਾਂ ਨੇ ਡਬਲ ਡਾਊਨ ਕਰਦੇ ਹੋਏ ਕਿਹਾ ਵੀ ਦੈਟਸ ਓਕੇ,
ਵੀ ਨੋ ਟੂ ਵਾਰ, ਵੀ ਅਸੀਂ ਜਿਹੜਾ ਵਾਰ ਦੇ ਬਿਲਕੁਲ ਉਲਟ ਹਾਂ, ਤੇ ਕਹਿੰਦੇ ਵੀ ਜਿਹੜਾ ਸਾਡਾ ਮੁਲਕ ਆ ਇਸ ਵੱਧ ਰਹੇ ਕੌਨਫਲਿਕਟ ਦੇ ਵਿੱਚ ਕੋਈ ਵੀ ਹਿੱਸਾ ਨਹੀਂ ਜਿਹੜਾ ਉਹ ਲਏਗਾ। ਤੇ ਕਹਿੰਦੇ ਵੀ ਜਸਟ ਬਿਕੋਜ਼ ਵੀ ਤੁਸੀਂ ਸਾਨੂੰ ਡਰਾ ਰਹੇ ਧਮਕਾ ਰਹੇ ਆ ਟ੍ਰੇਡ ਨੂੰ ਲੈ ਕੇ, ਇਹਦਾ ਮਤਲਬ ਇਹ ਨਹੀਂ ਵੀ ਅਸੀਂ ਤੁਹਾਡਾ ਇਸ ਡਰ ਦੇ ਕਰਕੇ ਜਿਹੜਾ ਉਹ ਸਾਥ ਦੇਵਾਂਗੇ। ਸੋ ਸਪੈਨਿਸ਼ ਪ੍ਰਾਈਮ ਮਿਨਿਸਟਰ ਪੈਡਰੋ ਸੈਂਚੇਜ਼ ਨੇ ਕਾਫੀ ਸਖਤ ਸਟੈਂਡ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਉਲਟ ਬਰਕਰਾਰ ਜਿਹੜਾ ਉਹ ਆਪਣਾ ਰੱਖ ਲਿਆ ਹੈਗਾ ਆ। ਉਧਰ ਈਰਾਨ ਨੇ ਧਮਕੀ ਦਿੱਤੀ ਆ ਇਜ਼ਰਾਈਲੀ ਐਮਬੈਸੀਜ਼ ਦੇ ਉਲਟ, ਕਹਿੰਦੇ ਵੀ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਇਜ਼ਰਾਈਲੀ ਐਮਬੈਸੀਜ਼ ਆ, ਅਸੀਂ ਉਹਨਾਂ ਨੂੰ ਨਿਸ਼ਾਨਾ ਜਿਹੜਾ ਉਹ ਬਣਾਵਾਂਗੇ। ਸੋ ਜਰਮਨੀ ਨੇ ਜਿਹੜਾ ਇਹ ਕਿਹਾ ਆ ਵੀ ਮਿਲਟਰੀ ਫੋਰਸ ਦੇ ਨਾਲ ਕੌਨਫਲਿਕਟ ਜਿਹੜੇ ਉਹ ਸਾਰੇ ਸੁਲਝਦੇ ਨਹੀਂ ਆ। ਜਰਮਨ ਜਿਹੜੇ ਡਿਫੈਂਸ ਮਿਨਿਸਟਰ ਬੋਰਿਸ ਪਿਸਟੋਰੀਅਸ, ਉਹਨਾਂ ਨੇ ਕਿਹਾ ਵੀ ਇਹ ਇੱਕ ਭੁਲੇਖਾ ਹੀ ਹੁੰਦਾ ਵੀ ਕੌਨਫਲਿਕਟ ਦੇ ਨਾਲ ਤੁਸੀਂ ਜਿਹੜਾ ਇੱਕ ਯੂਨੀਲੈਟਰਲ ਐਕਸ਼ਨ ਕਰਕੇ ਮਸਲੇ ਜਿਹੜੇ ਉਹ ਸੁਲਝਾ ਸਕਦੇ ਹੈਗੇ ਆ। ਤੇ ਨਾਲ ਹੀ ਯੂਰਪੀਅਨ ਯੂਨੀਅਨ ਨੇ ਇਹ ਕਿਹਾ ਵੀ ਜਿਹੜਾ ਈਰਾਨ ਦੇ ਦੁਆਰਾ ਗਲਫ ਦੇ ਮੁਲਕਾਂ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਆ, ਉਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਖਤਰਾ ਜਿਹੜਾ ਉਹ ਹੈਗਾ ਆ। ਸੋ ਇਹ ਇਸ ਟਾਈਮ ਇਹ ਆ ਵੀ ਅਮਰੀਕੀ ਲੋਕ ਇਸ ਗੱਲ ਤੋਂ ਕਨਫਿਊਜ਼ਡ ਨੇ। 80% ਅਮਰੀਕੀ ਇਸ ਵਾਰ ਦੇ ਜਿਹੜੇ ਉਹ ਉਲਟ ਨੇ, ਉਹ ਇਸ ਗੱਲ ਤੋਂ ਕਨਫਿਊਜ਼ਡ ਆ ਵੀ ਆਪਾਂ ਉੱਥੇ ਹਮਲਾ ਕੀਤਾ ਕਿਉਂ ਆ। ਵੀ ਕੀ ਇਜ਼ਰਾਈਲ ਪਹਿਲੋਂ ਹਮਲਾ ਕਰਨ ਲੱਗਾ ਸੀਗਾ, ਜਿੱਦਾਂ ਮਾਰਕੋ ਰੂਬੀਓ ਨੇ ਕਿਹਾ, ਕਿ ਜਿੱਦਾਂ ਟਰੰਪ ਨੇ ਕਿਹਾ ਵੀ ਈਰਾਨ ਪਹਿਲੋਂ ਹਮਲਾ ਕਰਨ ਲੱਗਾ ਸੀਗਾ, ਤੇ ਜਾਂ ਫਿਰ ਇਹ ਆ ਵੀ ਰਜੀਮ ਚੇਂਜ ਦੀ ਜਿਹੜੀ ਉਹ ਗੱਲ ਆ, ਜਾਂ ਪ੍ਰੋਟੈਸਟਰਸ ਨੂੰ ਬਚਾਉਣਾ ਆ। ਤੇ ਇੱਕ ਜਿਹੜੀ ਚੀਜ਼ ਹੁਣ ਹੋਰ ਨਿਕਲ ਕੇ ਆ ਰਹੀ ਆ ਵੀ ਕਹਿੰਦੇ ਵੀ ਜਿਹੜੀ ਈਰਾਨ ਦੀ ਪੁਲਿਸ ਸਟੇਟ ਆ, ਜੋ ਵੈਸਟਰਨ ਅਫੀਸ਼ੀਅਲਸ ਉਸ ਨੂੰ ਕਹਿੰਦੇ ਆ ਵੀ ਜਿਹੜੀ ਪੁਲਿਸ ਸਟੇਟ ਆ, ਉਹ ਹੁਣ ਥਾਣਿਆਂ ਦੇ ਉੱਤੇ ਅਮਰੀਕਾ ਦੇ ਦੁਆਰਾ ਜਿਹੜਾ ਇਜ਼ਰਾਈਲ ਦੇ ਦੁਆਰਾ ਹਮਲਾ ਕੀਤਾ ਜਾ ਰਿਹਾ ਆ। ਇਹ ਕਿਹਾ ਜਾ ਰਿਹਾ ਈਰਾਨ ਦੇ ਲੋਕਾਂ ਨੂੰ ਵੀ ਤੁਸੀਂ ਆਪਣੇ ਕੰਟਰੋਲ ਦੇ ਵਿੱਚ ਜਿਹੜਾ ਉਹ ਲੈ ਲਓ। ਸੋ ਦੇਖੋ ਵੀ ਇਹ ਸਿਚੁਏਸ਼ਨ ਕੀ ਵਾਕਿਆ ਹੀ ਰਜੀਮ ਚੇਂਜ ਉੱਥੇ ਹੋ ਸਕੇਗੀ, ਉਸ ਦਾ ਹਾਲ ਦੀ ਘੜੀ ਖਦਸ਼ਾ ਜਿਹੜਾ ਉਹ ਘੱਟ ਨਜ਼ਰ ਆ ਰਿਹਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਇੱਕ ਵਕਤ ਹੋ ਗਿਆ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਟੈਕਸਸ ਦੀਆਂ ਜਿਹੜੀਆਂ ਪ੍ਰਾਇਮਰੀਜ਼ ਹੋਈਆਂ ਉਸ ਦੇ ਕੀ ਨਤੀਜੇ ਰਹੇ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਹਰਜੋਤ ਸਿੰਘ ਜੀ ਕਰਾਂਗੇ, ਤੇ ਹੋਰ ਵੀ ਬੜੀਆਂ ਅਹਿਮ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇਮੀਗ੍ਰੇਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਇੱਕ ਫੈਸਲਾ ਜਿਹੜਾ ਆ ਉਹ ਸੁਣਾਇਆ ਆ, ਉਸ ਬਾਰੇ ਵੀ ਆਪਾਂ ਚਰਚਾ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਜਿਹੜੇ ਉਹ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਉਸ ਤੋਂ ਪਹਿਲਾਂ ਜਿਹੜਾ ਨਾਰਥ ਕੋਰੀਆ ਦਾ ਲੀਡਰ ਆ ਕਿਮ ਜੋਂਗ ਉਨ, ਉਹ ਇੱਕ ਵਾਰੀ ਫੇਰ ਉਹਨੇ ਸਟੇਟਮੈਂਟ ਜਾਰੀ ਕੀਤੀ ਆ ਕਿ ਨਾਰਥ ਕੋਰੀਆ ਦੇ ਜੋ ਸਿਟੀਜ਼ਨਸ ਆ ਉਹ ਈਰਾਨ ਦੇ ਵਿੱਚ ਹੈਗੇ ਆ। ਕਹਿੰਦੇ ਵੀ ਜੇ ਮੇਰੇ ਸਿਟੀਜ਼ਨਸ ਨੂੰ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਹੋਇਆ ਤੇ ਨੁਕਸਾਨ ਕੀਤਾ ਗਿਆ ਤੇ ਮੈਂ ਫਿਰ ਜੰਗ ਦੇ ਵਿੱਚ ਜੁਆਇਨ ਕਰ ਲਵਾਂਗਾ। ਇਹ ਕਿਮ ਜੋਂਗ ਉਨ ਨੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਹੈਗੀ ਆ। ਜੀ, ਉਧਰ ਜਿਹੜੇ ਸੈਨੇਟ ਦੇ ਵਿੱਚ ਕਹਿੰਦੇ ਵੀ ਵੋਟ ਕਰਾਈ ਜਾਊਗੀ ਵੀ ਜਿਸ ਦੇ ਨਾਲ ਫੋਰਸ ਕੀਤਾ ਜਾਊਗਾ ਟਰੰਪ ਹੋਣਾ ਨੂੰ ਵੀ ਈਰਾਨ ਦੇ ਉੱਤੇ ਜਿਹੜੀਆਂ ਸਟ੍ਰਾਈਕਸ ਆ ਉਹਨਾਂ ਨੂੰ ਉਹ ਰੋਕ ਦੇਣ। ਟਰੰਪ ਹੋਣਾ ਨੇ ਬੀਤੇ ਦਿਨੀ ਬਿਆਨ ਦਿੱਤਾ ਸੀ ਦੇयर ਵਿਲ ਲਾਈਕਲੀ ਬੀ ਮੋਰ ਡੈਥਸ, ਯਾਨੀ ਕਿ ਅਮਰੀਕਨਸ ਦੀਆਂ ਬਿਫੋਰ ਇਟ ਐਂਡਸ। ਤੇ ਜਿਹੜੇ ਆਪਾਂ ਦੱਸ ਰਹੇ ਸੀ ਨਾ ਵੀ ਮਾਗਾ ਦਾ ਬੇਸ ਜਿਹੜਾ ਕ੍ਰੈਕ ਹੋ ਰਿਹਾ ਹੈ ਇਸ ਚੀਜ਼ ਨੂੰ ਲੈ ਕੇ, ਵਾਰਮੋਂਗਰ ਟਰੰਪ ਦਾ ਨਾਮ ਜਿਹੜਾ ਉਹਨਾਂ ਨੇ ਹੁਣ ਨਵਾਂ ਇਸ ਨੂੰ ਜਿਹੜਾ ਦਿੱਤਾ ਆ। 6 ਆਲਰੇਡੀ ਅਮਰੀਕੀ ਮਰ ਚੁੱਕੇ ਆ। ਉਹ ਕਹਿੰਦੇ ਵੀ ਇਜ਼ਰਾਈਲ ਦੇ ਲਈ ਕਿਉਂ ਅਸੀਂ ਮਰ ਰਹੇ ਆ। ਇਹ ਕੋਈ ਗੱਲ ਜਿਹੜੀ ਉਹ ਸਾਡੇ ਸਮਝ ਤੋਂ ਬਾਹਰ ਜਿਹੜੀ ਉਹ ਹੈਗੀ ਆ। ਸੋ ਸੈਨੇਟ ਦੇ ਵਿੱਚ ਜਿਹੜੇ ਖਾਸ ਕਰਕੇ ਡੈਮੋਕ੍ਰੇਟਸ ਦੇ ਦੁਆਰਾ ਇਹ ਜਿਹੜਾ ਵੋਟ ਆ ਉਹ ਲਿਆਂਦੀ ਜਾ ਰਹੀ ਹੈ। ਇਨੀਸ਼ੀਅਲ ਵੋਟ ਕਹਿੰਦੇ ਵੀ ਅੱਜ ਉੱਥੇ ਸ਼ਾਮੀ 4 ਵਜੇ ਹੋਊਗੀ, ਜਿਸ ਦੇ ਨਾਲ ਇਹਨਾਂ ਦੀ ਕੋਸ਼ਿਸ਼ ਆ ਵੀ ਟਰੰਪ ਹੁਣਾਂ ਨੂੰ ਹੋਰ ਜਿਹੜੀਆਂ ਸਟ੍ਰਾਈਕਸ ਇਰਾਨ ਦੇ ਉੱਤੇ ਕਰਨ ਤੋਂ ਆਰਡਰ ਕਰਨ ਤੋਂ ਜਿਹੜਾ ਉਹ ਰੋਕਿਆ ਜਾਵੇ। ਕਹਿੰਦੇ ਵੀ ਕਾਂਗਰਸ ਦੇ ਕੋਲ ਵਾਰ ਕਰਨ ਦਾ ਜਾਂ ਵਾਰ ਡਿਕਲੇਅਰ ਕਰਨ ਦਾ ਜਿਹੜਾ ਅਖਤਿਆਰ ਆ ਇਕੱਲੇ ਪ੍ਰੈਜ਼ੀਡੈਂਟ ਦੇ ਕੋਲ ਨਹੀਂ। ਸੋ ਇਸੇ ਲਈ ਜਿਹੜਾ ਪ੍ਰਸ਼ਾਸਨ ਆ ਉਹ ਇਸ ਨੂੰ ਵਾਰ ਨਹੀਂ ਜਿਹੜਾ ਉਹ ਕਹਿ ਰਿਹਾ, ਪਰ ਸਭ ਨੂੰ ਹੀ ਪਤਾ ਹੈ ਵੀ ਉਦਾਂ ਇਹ ਚੱਲ ਵਾਰ ਹੀ ਰਹੀ ਹੈਗੀ ਆ। ਸੋ ਇਹ ਵੀ ਜਿਹੜਾ ਚੀਜ਼ ਚੱਲ ਰਹੀ ਆ। ਇੱਕ ਹੋਰ ਚੀਜ਼ ਜਿਹੜੀ ਹਰਜੋਤ ਸਿੰਘ ਜੀ ਟੈਕਨੋਲੋਜੀ ਦੇ ਪੱਖ ਤੋਂ ਜਿਹੜੀ ਚੀਜ਼ ਸਾਹਮਣੇ ਆਈ ਆ, ਐਂਥਰੋਪਿਕ ਦਾ ਜਿਹੜਾ AI ਟੂਲ ਕਲੌਡ, ਜਿਹਦੇ ਨਾਲ ਹੁਣੇ ਪੈਂਟਾਗਨ ਦਾ ਪੇਚਾ ਪੈ ਕੇ ਹਟਿਆ, ਉਹਨਾਂ ਨੂੰ ਇਹਨਾਂ ਨੇ ਬਲੈਕ ਲਿਸਟ ਕਰ ਦਿੱਤਾ ਆ। ਐਂਥਰੋਪਿਕ ਦਾ AI ਟੂਲ ਕਲੌਡ ਦੀ ਵਰਤੋਂ ਕਰਦੇ ਹੋਏ 2000 ਦੇ ਵਿੱਚੋਂ 1000 ਟਾਰਗੇਟਸ ਨੂੰ ਆਇਡੈਂਟੀਫਾਈ ਕੀਤਾ ਆ। ਸੋ AI ਟੈਕਨੋਲੋਜੀ ਇੰਨੀ ਕੁ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਜਿਹੜੀ ਇਹਨਾਂ ਟਾਰਗੇਟਸ ਨੂੰ ਨਿਸ਼ਾਨਦੇਹੀ ਕਰਨ ਦੇ ਲਈ ਜਿਹੜੀ ਉਹ ਕੀਤੀ ਹੈਗੀ ਆ। ਜਿਹੜਾ ਖਾਮੇਨਾਈ ਨੂੰ ਜਿਹੜਾ ਉਹ ਮਾਰਿਆ ਗਿਆ ਆ, ਉਸ ਦੇ ਵਿੱਚ ਵੀ ਕਹਿੰਦੇ ਵੀ AI ਟੈਕਨੋਲੋਜੀ ਦੀ ਵੱਡੀ ਵਰਤੋਂ ਜਿਹੜੀ ਉਹ ਕੀਤੀ ਜਿਹੜੀ ਉਹ ਗਈ ਸੀ। ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਹੋਰ ਧਾਰਮਿਕ ਲੀਡਰ ਇਕੱਠੇ ਹੋਏ ਸੀ ਉਹਨਾਂ ਥਾਵਾਂ ਦੇ ਉੱਤੇ, ਸੋ ਪਹਿਲੇ 24 ਘੰਟਿਆਂ ਦੇ ਵਿੱਚ ਜਿਹੜੇ 1000 ਟਾਰਗੇਟ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਸੀ, ਉਸ ਦੇ ਵਿੱਚ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ AI ਐਂਥਰੋਪਿਕ ਦਾ AI ਕਲੌਡ ਜਿਹੜਾ ਆ ਉਸ ਦੀ ਵਰਤੋਂ ਕੀਤੀ ਗਈ ਆ। ਮਿਲਟਰੀ ਦਾ ਜਿਹੜਾ ਮੇਵਨ ਸਮਾਰਟ ਸਿਸਟਮ ਆ ਇਹ ਬਿਲਟ ਕੀਤਾ ਗਿਆ ਸੀਗਾ ਡਾਟਾ ਮਾਈਨਿੰਗ ਕੰਪਨੀ ਪਲੈਨਟੀਰ ਦੀ ਜਿਹੜੀ ਉਹ ਉਸ ਦੇ ਨਾਲ ਉਹਦੇ ਨਾਲ ਵੀ ਕਹਿੰਦੇ ਵੀ ਕਾਫੀ ਇਨਸਾਈਟਸ ਜਨਰੇਟ ਕੀਤੀਆਂ ਜਿਹੜੀਆਂ ਗਈਆਂ ਸੀਗੀਆਂ। ਕਲਾਸੀਫਾਈਡ ਡਾਟਾ ਜਿਹੜਾ ਸੈਟੇਲਾਈਟਸ ਦਾ, ਸਰਵੇਲੈਂਸ ਦਾ ਤੇ ਹੋਰ ਇੰਟੈਲੀਜੈਂਸ ਦਾ, ਉਹਨੂੰ ਤੇ ਨਾਲ ਜਿਹੜਾ ਰੀਅਲ ਟਾਈਮ ਟਾਰਗੇਟਿੰਗ, ਉਹ ਸਾਰੀਆਂ ਚੀਜ਼ਾਂ ਇੱਕ ਥਾਂ ਦੇ ਉੱਤੇ ਇਕੱਠੀਆਂ ਕਰਕੇ ਜਿਹੜੀ AI ਦੀਆਂ ਟੂਲਸ ਆ ਉਹ ਵਰਤੀਆਂ ਆ ਗਈਆਂ ਹੈਗੀਆਂ। ਸੋ ਤੁਸੀਂ ਹੁਣ ਹਰਜੋਤ ਸਿੰਘ ਜੀ ਸਹਿਜੇ ਅੰਦਾਜ਼ਾ ਲਾਇਆ ਜਾ ਰਿਹਾ ਆ ਵੀ ਜੰਗਾਂ ਦੇ ਰੁੱਖ ਇਸ AI ਦੀ ਟੈਕਨੋਲੋਜੀ ਨੇ ਕਿੱਦਾਂ ਜਿਹੜੀ ਉਹ ਬਦਲ ਦਿੱਤੇ ਹੈਗੇ ਆ। ਸੋ ਪਿਛਲੇ 1 ਸਾਲ ਤੋਂ ਮਿਲਟਰੀ ਦੇ ਜਿਹੜੇ ਪਲੈਨਰਸ ਆ ਉਹ ਜਿਹੜਾ ਐਂਥਰੋਪਿਕ ਦਾ ਟੂਲ ਕਲੌਡ ਆ ਉਸ ਨੂੰ ਵਰਤ ਰਹੇ ਸੀਗੇ ਮੇਵਨ ਦੇ ਨਾਲ ਜਿਹੜਾ ਉਹ ਮਿਲਾ ਕੇ, ਤੇ ਕਹਿੰਦੇ ਵੀ ਇਹ ਕਾਫੀ ਮੈਚਿਓਰ ਜਿਹੜਾ ਉਹ ਇਸ ਟਾਈਮ ਹੋ ਚੁੱਕਾ ਸੀ, ਜਿਸ ਦੇ ਨਾਲ ਕਾਫੀ ਇਹਨਾਂ ਨੂੰ ਰੀਅਲ ਟਾਈਮ ਤੇ ਗੁੱਡ ਐਕੂਰੇਟ ਰਿਜ਼ਲਟਸ ਟਾਰਗੇਟਿੰਗ ਦੇ ਲਈ, ਇਨਸਾਈਟਸ ਦੇ ਲਈ ਜਿਹੜੇ ਉਹ ਮਿਲ ਰਹੇ ਸੀ। ਜੀ, ਅਗਲੀ ਖਬਰ ਵੱਲ ਚਲੀਏ। ਕੱਲ ਕ੍ਰਿਸਟੀ ਨੋਇਮ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਉਹਨਾਂ ਦੀ ਹੀਅਰਿੰਗ ਸੀਗੀ। ਇਸ ਵਾਰ ਜਿਹੜਾ ਉਹਨਾਂ ਦਾ ਜਿਹੜਾ ਹਾਵ ਭਾਵ ਸੀ, ਬੋਲ ਚਾਲ ਸੀ, ਉਹ ਕਾਫੀ ਨਰਮ ਸੀ। ਪਿਛਲੇ ਸਮੇਂ ਦੇ ਵਿੱਚ ਉਹ ਕਾਫੀ ਜਿਹੜੇ ਗੁੱਸੇ 'ਚ ਰਹਿੰਦੇ ਆ। ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਦੀ ਜਦੋਂ ਟੈਸਟੀਮੋਨੀ ਹੋਈ ਆ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਮਾਰਚ 4 ਨੂੰ, ਅੱਜ ਵੀ ਚੱਲ ਰਹੀ ਹੈਗੀ ਆ, ਤੇ ਉਹਦੇ ਵਿੱਚ ਜੋ ਟੈਡ ਲਿਊ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਤੁਹਾਡੇ ਆਪਰੇਸ਼ਨ ਚੱਲ ਰਹੇ ਆ, ਸਕੂਲਾਂ 'ਚ ਚੱਲ ਰਹੇ ਹੈਗੇ ਆ, ਹਸਪਤਾਲਾਂ 'ਚ, ਵੀ ਟੋਟਲੀ ਰੋਂਗ ਹੈਗਾ ਆ। ਸੋ ਉਹ ਤਾਂ ਉਹਨਾਂ ਨੇ ਡਿਨਾਈ ਕੀਤਾ ਹੈਗਾ। ਕੁਝ ਸਿਟੀਜ਼ਨ ਜਿਹੜੇ ਲੋਕ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਸੀ, 70 ਘੰਟੇ ਤੱਕ ਵੀ ਰੱਖਿਆ ਗਿਆ, ਉਹਨਾਂ ਨੂੰ ਵੀ ਉੱਥੇ ਲਿਆਂਦਾ ਗਿਆ, ਪਰ ਕੋਈ ਜਿਹੜੇ ਜਵਾਬ ਸੀ ਉਹਨਾਂ ਦੇ ਕੋਈ ਬਾਹਲੇ ਵਧੀਆ ਨਹੀਂ ਸੀਗੇ। ਪਰ ਜਿਹੜਾ ਆਨਸਰ ਕਰਨ ਦਾ ਤਰੀਕਾ ਸੀ ਉਹ ਕਾਫੀ ਇਸ ਵਾਰੀ ਨਰਮ ਦੇਖਿਆ ਗਿਆ ਹੈਗਾ। ਪਰ ਈਵਨ ਕਈ ਰਿਪਬਲਿਕਨ ਜਿਹੜੇ ਕਾਂਗਰਸਮੈਨ ਸੀ, ਉਹ ਵੀ ਬਹੁਤ ਜ਼ਿਆਦਾ ਕ੍ਰਿਸਟੀ ਨੋਇਮ ਦੇ ਉੱਤੇ
ਅਪਸੈਟ ਸੀ ਵੀ ਤੁਸੀਂ ਤਾਂ ਜੋ ਕੋਰਟਸ ਦੀਆਂ ਆਰਡਰ ਆ ਉਹਨਾਂ ਨੂੰ ਵੀ ਨਹੀਂ ਮੰਨ ਰਹੇ ਹੈਗੇ। ਕਿੰਨੇ ਜ਼ਿਆਦਾ ਜਿਹੜੇ ਕੋਰਟਸ ਦੇ ਆਰਡਰ ਆ ਜਿਨ੍ਹਾਂ ਦੇ ਮੁਤਾਬਕ ਕਿਸੇ ਨੂੰ ਛੱਡਣ ਦੀ ਗੱਲ ਕਹੀ ਗਈ ਸੀ, ਕਿਤੇ ਕਿਹਾ ਗਿਆ ਸੀ ਵੀ ਤੁਸੀਂ ਇੱਥੇ ਬਿਨਾਂ ਜਿਹੜੇ ਵਾਰੰਟਸ ਤੋਂ ਤੁਸੀਂ ਅਰੈਸਟ ਨਹੀਂ ਕਰ ਸਕਦੇ। ਉੱਥੇ ਫੇਰ ਵੀ ਤੁਸੀਂ ਅਰੈਸਟ ਕਰ ਰਹੇ, ਤੁਸੀਂ ਸੁਣ ਨਹੀਂ ਰਹੇ ਕਿਸੇ ਦੀ। ਸੋ ਖਾਸ ਕਰਕੇ ਜਿਹੜੇ 2 ਜਾਣਿਆਂ ਦੀ ਮੌਤ ਹੋਈ ਸੀ ਸਿਟੀਜ਼ਨਸ ਦੀ ਉੱਥੇ ਮਿਨੀਐਪੋਲਿਸ ਦੇ ਵਿੱਚ, ਉਹਨਾਂ ਨੂੰ ਲੈ ਕੇ ਬਹੁਤ ਸਾਰੇ ਕਾਂਗਰਸਮੈਨ ਔਖੇ ਸੀ ਵੀ ਤੁਸੀਂ ਰਾਈਟ ਵੇ ਕਿੱਦਾਂ ਕਹਿ ਦਿੱਤਾ ਵੀ ਇਹ ਐਕਟ ਆਫ ਟੈਰਰਿਜ਼ਮ ਹੈਗਾ, ਤੁਹਾਨੂੰ ਕਿਹਨੇ ਦੱਸਿਆ ਵੀ ਇਹ ਟੈਰਰਿਸਟ ਸੀਗੇ। ਉੱਥੇ ਵੀ ਫਿਰ ਜਿਹੜਾ ਆਨਸਰ ਆ ਉਹਨਾਂ ਨੇ ਗੋਲ-ਮੋਲ ਹੀ ਦੱਸਿਆ ਹੈਗਾ। ਸੋ ਉਹਨੂੰ ਲੈ ਕੇ ਰਿਪਬਲਿਕਨਸ ਵੀ ਬਹੁਤ ਔਖੇ ਆ। ਇੱਕ ਤਾਂ ਇਹ ਆ ਵੀ ਉਹ ਦੋਨੋਂ ਹੀ ਅਮਰੀਕਨ ਸਿਟੀਜ਼ਨ ਸੀ ਤੇ ਦੋਨੋਂ ਹੀ ਗੋਰੇ ਮੂਲ ਦੇ ਸੀਗੇ। ਸੋ ਜੇ ਕੋਈ ਹੋਰ ਕਿਸੇ ਆਪਣੇ ਵਰਗੀ ਸ਼ਕਲ ਦਾ ਹੁੰਦਾ ਤਾਂ ਫਿਰ ਸ਼ਾਇਦ ਉਹ ਟੈਰਰਿਸਟ ਵੀ ਡਿਕਲੇਅਰ ਕਰ ਦਿੰਦੇ ਉਹਨਾਂ ਨੂੰ। ਪਰ ਉਹ ਕੁਐਸਚਨ ਨੂੰ ਲੈ ਕੇ ਕ੍ਰਿਸਟੀ ਨੋਇਮ ਦੇ ਕੋਲ ਕਿਸੇ ਤਰ੍ਹਾਂ ਦਾ ਜਿਹੜਾ ਆਨਸਰ ਨਹੀਂ ਸੀਗਾ। ਨਹੀਂ ਬਿਲਕੁਲ ਇਹ ਤਾਂ ਹੈਗਾ ਆ ਕਾਫੀ ਖਾਸਾ ਜਿਹੜਾ ਹਰਜੋਤ ਸਿੰਘ ਜੀ ਤੂੰ ਮੈਂ ਵੀ ਜਿਹੜੀ ਕਾਫੀ ਉਸ ਨੂੰ ਖਰੀਆਂ ਜਿਹੜੀਆਂ ਉਹ ਸੁਣਾਈਆਂ ਗਈਆਂ। ਇੱਕ ਤਾਂ ਇਹਦਾ ਆਪਣਾ ਜਿਹੜਾ ਇਹਨਾਂ ਦਾ ਹੁਣ ਪਤਾ ਲੱਗ ਰਿਹਾ ਆ ਵੀ ਜਿਹੜਾ ਰੋਮਾਂਟਿਕ ਪਾਰਟਨਰ ਲਬਨਾਨਸਕੀ ਉਹਦੇ ਨਾਲ ਉਹ ਕੰਬਲ ਨਹੀਂ ਲੈ ਕੇ ਗਿਆ, ਪਾਇਲਟ ਨੂੰ ਫਾਇਰ ਕਰਤਾ ਤੇ ਫਿਰ ਪਾਇਲਟ ਜਹਾਜ਼ ਨੂੰ ਚਲਾਉਣ ਵਾਲਾ ਕੋਈ ਨਹੀਂ, ਦੁਬਾਰਾ ਰੀਇਨਸਟੇਟ ਕਰਕੇ ਫਿਰ ਉਹੀ ਪਾਇਲਟ ਨੂੰ ਬਿਠਾ ਕੇ ਜਿਹੜਾ ਉਹਦੇ ਜਹਾਜ਼ ਦੇ ਉੱਤੇ ਚੜ੍ਹ ਕੇ ਆਏ। ਇਹ ਦੋਨੋਂ ਜਾਣੇ ਜਿਨ੍ਹਾਂ ਦਾ ਅਫੇਅਰ ਸਾਹਮਣੇ ਆ ਰਿਹਾ, ਦੋਨੋਂ ਹੀ ਕਿ ਹੋਰ ਲੋਕਾਂ ਨਾਲ ਵਿਆਹੇ ਹੋਏ ਆ। ਸੋ ਕਾਫੀ ਖਾਸਾ ਜਿਹੜਾ ਖਲਾਰਾ ਆ ਕ੍ਰਿਸਟੀ ਨੋਇਮ ਦਾ ਪਿਆ ਆ। ਆਈਸ ਬਾਰਬੀ ਵੀ ਇਸ ਨੂੰ ਅਕਸਰ ਮੀਮਸ ਦੇ ਤੌਰ ਦੇ ਉੱਤੇ ਜਿਹੜਾ ਉਹ ਆਖ ਦਿੱਤਾ ਜੀ। ਜਾਂਦਾ ਹੈਗਾ ਆ। ਬਹੁਤਾ ਜਿਹੜਾ ਰੌਲਾ ਪੈ ਰਿਹਾ ਰਾਜਕਨਵੀਰ ਸਿੰਘ ਜੀ, ਜੋ ਵੇਅਰ ਹਾਊਸ ਖਰੀਦੇ ਜਾ ਰਹੇ ਹੈਗੇ ਆ, ਨਿਊ ਜਰਸੀ ਦੇ ਕਾਂਗਰਸਮੈਨ ਨੇ ਇਹ ਕਿਹਾ ਵੀ ਤੁਸੀਂ ਮੇਰੀ ਸਟੇਟ ਦੇ ਵਿੱਚ ਵੇਅਰ ਹਾਊਸ ਖਰੀਦਿਆ $120 ਮਿਲੀਅਨ ਦਾ, ਜਿਨ੍ਹਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਫੜ ਕੇ ਰੱਖਣਾ ਹੈਗਾ ਵੇਅਰ ਹਾਊਸ ਦੇ ਵਿੱਚ, ਜਿਹੜੇ ਅਨਡਾਕੂਮੈਂਟਡ ਆ ਜਾਂ ਜਿਨ੍ਹਾਂ ਦਾ ਕੇਸ ਚੱਲ ਰਿਹਾ ਹੈਗਾ। ਉਹ ਕਹਿੰਦਾ ਵੀ ਉਹਦੀ ਜਿਹੜੀ ਐਕਚੁਅਲ ਵੈਲਿਊ ਆ ਜਿਹੜੀ ਉਹ 60 ਮਿਲੀਅਨ ਆ ਤੇ ਤੁਸੀਂ ਖਰੀਦ 120 ਮਿਲੀਅਨ ਚ ਰਹੇ ਆ। ਵੀ ਡਬਲ ਕਿੱਦਾਂ ਕਰੀ ਜਾਂਦੇ ਆ ਜੀ। ਸੋ ਉਹ ਉਹਨਾਂ ਨੂੰ ਲੈ ਕਰਪਸ਼ਨ ਕੇ ਪੂਰੀ ਚੱਲ ਰਹੀ ਹੈ, ਪੂਰੀ ਕਰਪਸ਼ਨ ਇਸ ਟਾਈਮ ਚੱਲ ਰਹੀ ਹੈ ਪੂਰੀ। ਇਹਦੇ ਵਿੱਚ ਕੋਈ ਜਿਹੜੀਆਂ ਦੋ ਰਾਵਾਂ ਨਹੀਂ ਆ, ਉੱਤੇ ਤੋਂ ਲੈ ਕੇ ਥੱਲੇ ਤੱਕ ਇਸ ਟਾਈਮ ਟੈਕਸ ਪੇਅਰ ਮਨੀ ਦੀਆਂ ਧੱਜੀਆਂ ਜਿਹੜੀਆਂ ਉਹ ਇਸ ਟਾਈਮ ਉੱਡ ਰਹੀਆਂ ਆ। ਇਹ ਆਪਣੇ ਸਾਹਮਣੇ ਆ। ਟੈਕਸਸ ਦੀਆਂ ਪ੍ਰਾਇਮਰੀਜ਼ ਦੇ ਹਰਜੋਤ ਸਿੰਘ ਜੀ ਕੁਝ ਜਿਹੜੇ ਰਿਜ਼ਲਟ ਆ ਉਹ ਆਪਾਂ ਦੱਸਦੇ ਜਿਹੜੇ ਉਹ ਜਾਂਦੇ ਆ। ਟੈਕਸਸ ਦੀਆਂ ਸੈਨੇਟ ਦੀਆਂ ਪ੍ਰਾਇਮਰੀ ਦੇ ਜਿਹੜੇ ਇਲੈਕਸ਼ਨ ਰਿਜ਼ਲਟ ਆ ਉਸ ਦੇ ਵਿੱਚ ਜੇ ਸ਼ੁਰੂਆਤ ਕਰਦੇ ਜਾਈਏ ਰਿਪਬਲਿਕਨ ਪ੍ਰਾਇਮਰੀ ਤੋਂ, ਤਾਂ ਜਿਹੜੇ ਜੌਨ ਕਾਰਨਨ ਆ GOP ਦੇ, ਉਹਨਾਂ ਨੇ ਜਿਹੜੀ ਆਪਣੀ ਪ੍ਰਾਇਮਰੀ ਆ ਇਹ ਜਿੱਤ ਲਈ ਆ। ਇਹਨਾਂ ਨੇ ਜਿਹੜੇ ਕੈਨ ਪੈਕਸਟਨ ਆ ਉਹਨਾਂ ਨੂੰ ਹਰਾ ਦਿੱਤਾ। ਸੋ ਦੋਨਾਂ ਦੇ ਦਰਮਿਆਨ 20,000 ਵੋਟ ਦਾ ਹੀ ਜਿਹੜਾ ਉਹ ਫਰਕ ਸੀਗਾ। ਤੀਜੇ ਨੰਬਰ ਤੇ ਜਿਹੜੇ ਵੈਸਲੀ ਹੰਟ GOP ਵਾਲੇ ਰਹੇ, ਉਹ ਵੀ 13% ਵੋਟਾਂ ਜਿਹੜੀਆਂ ਉਹ ਲੈ ਗਏ। ਸੋ ਕਿਤੇ ਨਾ ਕਿਤੇ ਉਹਦਾ ਮੁੱਖ ਭੂਮਿਕਾ ਜਿਹੜੀ ਉਹ ਰਹਿ ਗਈ ਕਿਸ ਨੂੰ ਜਿਤਾਇਆ ਤੇ ਕਿਸ ਨੂੰ ਹਰਾਉਣ ਦੇ ਵਿੱਚ। ਜੌਨ ਕਾਰਨਨ ਕਹਿੰਦੇ ਵੀ ਇਹ ਹੁਣ ਰਨ ਆਫ ਇਲੈਕਸ਼ਨ ਦੇ ਵਿੱਚ ਚਲੇ ਗਏ। ਰੀਜ਼ਨ ਇਹ ਆ ਵੀ ਦੋਨਾਂ ਚੋਂ ਕਿਸੇ ਨੂੰ ਵੀ 50% ਜਾਂ ਉਸ ਤੋਂ ਵੱਧ ਵੋਟ ਜਿਹੜੀ ਆ ਉਹ ਨਹੀਂ ਮਿਲੀ ਸੀਗੀ। ਸੋ ਆਲਦੋ ਮੇਨ ਪ੍ਰਾਇਮਰੀ ਚ ਉਹਦੀ ਜਿਹੜੀ ਉਹ ਜਿੱਤ ਹੋਣ ਦੇ ਬਾਵਜੂਦ ਵੀ ਰਨ ਆਫ ਜਿਹੜੀ ਉਹ ਹੁਣ ਹੋਵੇਗੀ। ਡੈਮੋਕ੍ਰੇਟ ਪ੍ਰਾਇਮਰੀ ਦੇ ਵਿੱਚ ਜਿਹੜਾ ਜੇਮਸ ਟੈਲਰਿਕੋ ਜਿਹੜਾ ਇੱਕ ਐਜੂਕੇਟਰ ਆ 36 ਸਾਲਾਂ ਦਾ, ਉਸਨੇ 52.4% ਵੋਟਾਂ ਹਾਸਲ ਕਰਕੇ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਇਸ ਟਾਈਮ ਕਾਂਗਰਸ ਵੂਮਨ ਜੈਸਮੀਨ ਕ੍ਰੋਕਟ ਆ ਉਸ ਨੂੰ ਜਿਹੜਾ ਹੋ ਹਰਾ ਦਿੱਤਾ। ਇਸ ਨੂੰ 1.2 ਮਿਲੀਅਨ ਵੋਟਾਂ ਮਿਲੀਆਂ ਤੇ ਜੈਸਮੀਨ ਨੂੰ 1.06 ਮਿਲੀਅਨ ਵੋਟ ਜਿਹੜੀ ਉਹ ਮਿਲੀ ਆ। ਟੈਲਰਿਕੋ ਉਹੀ ਆ ਹਰਜੋਤ ਸਿੰਘ ਜੀ ਜਿਸ ਦਾ ਬੀਤੇ ਦਿਨੀ ਇੱਕ FCC ਦਾ ਰੌਲਾ ਜਿਹੜਾ ਉਹ ਪਿਆ ਸੀਗਾ। ਉਸ ਦੀ ਇੰਟਰਵਿਊ CBS ਨੇ ਏਅਰ ਕਰਨ ਤੋਂ ਨਾ ਕਰ ਦਿੱਤੀ ਸੀਗੀ ਸਟੀਵਨ ਕੋਲਬੇਅਰ ਦੇ ਜਿਹੜਾ ਉਹ ਨਾਲ। ਸੋ ਜਿਹੜਾ ਟੈਲਰਿਕੋ ਆ ਉਹ ਹੁਣ ਜਿਹੜੀਆਂ ਆਪਣਾ ਡੈਮੋਕ੍ਰੇਟ ਪਾਰਟੀ ਦਾ ਮੇਨ ਸੈਨੇਟ ਦੇ ਵਿੱਚ ਕੈਂਡੀਡੇਟ ਜਿਹੜਾ ਹੋਊਗਾ। ਇਹ ਹੁਣ ਜੌਨ ਕਾਰਨਨ ਜਾਂ ਕੈਨ ਪੈਕਸਟਨ ਇਹਨਾਂ ਚੋਂ ਕਿਹਦੇ ਉਲਟ ਜਿਹੜਾ ਉਹ ਰਨ ਕਰੂਗਾ, ਇਹ ਦੇਖਣ ਵਾਲੀ ਗੱਲ ਹੋਊਗੀ ਉਹਨਾਂ ਦੀ ਰਨ ਆਫ ਇਲੈਕਸ਼ਨ ਤੋਂ ਬਾਅਦ ਦੇ ਵਿੱਚ। ਡੈਨ ਕ੍ਰੈਨਸ਼ਾ ਜਿਹੜਾ ਹਰਜੋਤ ਸਿੰਘ ਜੀ ਇਨਕੰਬੈਂਟ ਕਾਂਗਰਸਮੈਨ ਸੀਗਾ, ਉਸ ਦੀ ਹਾਰ ਹੋ ਗਈ ਆ। ਉਸ ਨੂੰ ਪ੍ਰਾਇਮਰੀ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ ਆ। ਸਟੀਵ ਟੌਥ ਰਿਪਬਲਿਕਨ ਪਾਰਟੀ ਦਾ ਹੀ ਆ, ਉਹਨੇ ਟੈਕਸਸ ਦੀ ਜਿਹੜੀ ਦੂਜੀ ਡਿਸਟ੍ਰਿਕਟ ਆ ਉਸ ਦੇ ਵਿੱਚ ਡੈਨ ਕ੍ਰੈਨਸ਼ਾ ਨੂੰ ਜਿਹੜਾ ਉਹ ਹਰਾ ਦਿੱਤਾ ਆ। ਇਹ ਕਿਤੇ ਨਾ ਕਿਤੇ ਇੱਕ ਵੱਡਾ ਅਪਸੈਟ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹਦੇ ਵਿੱਚ ਇੱਕ ਟੈਕਸਸ ਦੀ ਜਿਹੜੀ 15ਵੀਂ ਡਿਸਟ੍ਰਿਕਟ ਆ ਬੌਬੀ ਪੋਲੀਡੋ,
ਉਹਨਾਂ ਨੇ ਡੈਮੋਕ੍ਰੇਟ ਨੋਮੀਨੇਸ਼ਨ ਜਿਹੜੀ ਉਹ ਜਿੱਤੀ ਆ, ਤੇ ਰਿਪਬਲਿਕਨ ਪਾਰਟੀ ਦੀ ਮੋਨਿਕਾ ਡੇਲਾ ਕਰੂਜ਼ ਉਹਦੇ ਉਲਟ ਜਿਹੜੇ ਉਹ ਰਨ ਕਰੇਗਾ। ਗਵਰਨਰ ਦੇ ਤੌਰ ਦੇ ਉੱਤੇ ਜਿਹੜੇ ਮੌਜੂਦਾ ਗਵਰਨਰ ਗ੍ਰੈਗ ਐਬਟ ਆ, ਉਹਨਾਂ ਨੂੰ ਆਸਾਨੀ ਦੇ ਨਾਲ ਜਿਹੜੀ ਰੀਨੋਮੀਨੇਸ਼ਨ ਜਿਹੜੀ ਰਿਪਬਲਿਕਨ ਸਾਈਡ ਵੱਲੋਂ ਮਿਲ ਗਈ। ਦੂਜੇ ਪਾਸੇ ਡੈਮੋਕ੍ਰੇਟ ਪਾਰਟੀ ਦੀ ਜੀਨਾ ਹਿਨੋਜੋਸਾ ਉਹ ਡੈਮੋਕ੍ਰੇਟ ਪਾਰਟੀ ਦੀ ਗਵਰਨਟੋਰੀਅਲ ਪ੍ਰਾਇਮਰੀ ਦੀ ਜਿਹੜੀ ਕੈਂਡੀਡੇਟ ਆ ਉਹ ਬਣ ਕੇ ਮੋਹਰੇ ਜਿਹੜੀ ਉਹ ਨਿਕਲੀ ਆ। ਇਸੇ ਤਰੀਕੇ ਨਾਲ ਸੈਨੇਟ ਡਿਸਟ੍ਰਿਕਟ 3 ਟ੍ਰੈਂਟ ਐਸ਼ਬੀ ਉਹਨੇ ਰਿਪਬਲਿਕਨ ਨੋਮੀਨੇਸ਼ਨ ਉੱਥੇ ਜਿਹੜੀ ਉਹ ਜਿੱਤ ਲਈ ਹੈਗੀ ਆ। ਸੋ 3 ਨਵੰਬਰ ਨੂੰ ਜਨਰਲ ਇਲੈਕਸ਼ਨ ਹੋਣੀਆਂ ਆ, ਤੇ 26 ਮਈ ਨੂੰ ਜਿਹੜੀਆਂ ਰਨ ਆਫ ਇਲੈਕਸ਼ਨਸ ਆ ਜਿਹੜੀਆਂ ਰਿਪਬਲਿਕਨ US ਸੈਨੇਟ ਤੇ ਲੈਜਿਸਲੇਟਿਵ ਰੇਸਿਸ ਦੀਆਂ, ਉਹ ਉਸ ਦਿਨ ਹੁਣ ਉੱਥੇ ਹੋਣਗੀਆਂ। ਜੀ ਬਿਲਕੁਲ। ਸੋ ਅਗਲੀ ਖਬਰ ਜਿਹੜੀ ਆ ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ। ਕੈਨੇਡਾ ਦੇ ਵਿੱਚ ਕਹਿੰਦੇ ਵੀ ਅਮਰੀਕਾ ਦੀ ਬਹੁਤ ਸਾਰੀ ਜਿਹੜੀ ਸ਼ਰਾਬ ਵਿਕਦੀ ਸੀ, US ਦੀ ਵਿਸਕੀ ਜਿਹੜੀ ਆ ਉਹ 70% ਘੱਟ ਵਿਕੀ ਹੈਗੀ ਆ। ਕੈਨੇਡਾ $250 ਮਿਲੀਅਨ ਦੀ ਐਕਸਪੋਰਟ ਕਰਦਾ ਸੀ US ਡਿਸਟਿਲਰੀਜ਼ ਤੋਂ, ਜਦੋਂ ਟ੍ਰੇਡ ਸ਼ੁਰੂ ਹੋਇਆ ਉਸ ਤੋਂ ਪਹਿਲਾਂ। 2025 ਦੇ ਵਿੱਚ ਸੈਕੰਡ ਲਾਰਜੈਸਟ ਡੈਸਟੀਨੇਸ਼ਨ ਸੀ ਅਮਰੀਕਨ ਸਪਿਰਿਟਸ ਦਾ, ਤੇ 6th ਐਕਸਪੋਰਟ ਜਿਹੜੀ ਆ 2/3 ਡਿਕਲਾਈਨ ਹੋ ਗਈ ਆ 89 ਮਿਲੀਅਨ ਦੇ ਕਰੀਬ। ਸੋ ਕਾਫੀ ਵੱਡਾ ਜਿਹੜਾ ਅਮਾਊਂਟ ਆ ਜਿਹੜਾ ਅਮਰੀਕਾ ਤੋਂ ਸ਼ਰਾਬ ਉੱਥੇ ਨੂੰ ਜਾਂਦੀ ਸੀ, ਉਹ ਕੈਨੇਡੀਅਨ ਨੇ ਖਰੀਦਣੀ ਜਿਹੜੀ ਆ ਬੰਦ ਕੀਤੀ ਹੈਗੀ ਆ। ਤੇ ਦੂਜੀ ਜਿਹੜੀ ਖਬਰ ਮੇਨ ਹੈਗੀ ਆ ਕੈਨੇਡਾ ਨੂੰ ਲੈ ਕੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਇੰਡੀਆ ਗਏ ਹੋਏ ਸੀ। ਉਹਨਾਂ ਨੇ ਕਿਹਾ ਵੀ ਸਾਡਾ ਤਾਂ ਬਹੁਤ ਸਰਦਾ ਹੀ ਨਹੀਂ। ਫੈਮਿਲੀ ਰਿਲੇਸ਼ਨ ਹੈਗਾ ਆ। ਸੋ ਉਸ ਤੋਂ ਬਾਅਦ ਆਸਟ੍ਰੇਲੀਆ ਵੀ ਗਏ, ਤੇ ਉਹਨੂੰ ਲੈ ਕੇ ਹੁਣ ਜੋ ਮੀਡੀਆ ਉੱਥੇ ਪ੍ਰੈਸ ਕਾਨਫਰੰਸ ਹੋਣੀ ਸੀ ਕੈਨੇਡਾ ਦੇ ਵਿੱਚ, ਤੇ ਉਹ ਪ੍ਰੈਸ ਕਾਨਫਰੰਸ ਕੀਤੀ ਨਹੀਂ, ਉਦੋਂ ਭੱਜ ਗਏ ਕਿਉਂਕਿ ਕੁਐਸਚਨ ਸੇਮ ਪੁੱਛਣੇ ਸੀ। ਜਦੋਂ ਫਿਰ ਉਹ ਕੈਨੇਡਾ ਦੇ ਵਿੱਚ ਵਾਪਸ ਆਏ, ਉਹਨਾਂ ਨੂੰ ਕੁਐਸਚਨ ਬਾਰ-ਬਾਰ ਇਹ ਪੁੱਛੇ ਗਏ, ਤੇ ਉਹ ਟਾਲ ਮਟੋਲੇ ਕਰਦੇ ਰਹੇ ਵੀ ਦੇਖੋ ਹੁਣ ਤਾਂ ਸ਼ਰੇਆਮ ਪ੍ਰੂਵ ਹੋ ਗਿਆ ਵੀ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵਿੱਚ ਅੰਬੈਸੀ ਦੇ EMPLOYEE ਜਿਹੜੇ ਸੀ ਉਹ ਇਨਫੋਰਮੇਸ਼ਨ ਇਕੱਠੀ ਕਰਦੇ ਰਹੇ, ਜਿਨ੍ਹਾਂ ਨੇ ਗਾਹਾਂ ਵਿਕਾਸ ਯਾਦਵ ਨੂੰ ਦਿੱਤੀ ਜਿਹੜਾ ਰਾਹ ਦਾ ਏਜੰਟ ਹੈਗਾ ਆ, ਤੇ ਉਹ ਰਾਹ ਦੇ ਏਜੰਟ ਨੇ ਬਿਸ਼ਨੋਈ ਗੈਂਗ ਨੂੰ ਕਿਹਾ, ਬਿਸ਼ਨੋਈ ਗੈਂਗ ਨੇ ਗਾਹਾਂ ਬੰਦੇ ਹਾਇਰ ਕਰਕੇ ਭਾਈ ਨਿੱਜਰ ਦਾ ਜਿਹੜਾ ਕਤਲ ਕਰਾਇਆ। ਸੋ ਉਹਦੇ ਸੰਬੰਧ 'ਚ ਉਹਨੇ ਕਿਹਾ ਨਹੀਂ ਜੀ ਇਹ ਕੇਸ ਚੱਲ ਰਿਹਾ, ਇਹਦੇ ਬਾਰੇ ਮੈਂ ਬੋਲਣਾ ਨਹੀਂ ਚਾਹੁੰਦਾ। ਪਰ ਕੈਨੇਡੀਅਨ ਸਿੱਖਾਂ ਦੇ ਵਿੱਚ ਇਸ ਟਾਈਮ ਕਾਫੀ ਜ਼ਿਆਦਾ ਗੁੱਸਾ ਹੈਗਾ ਆ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਅਗੇਂਸਟ, ਕਿਉਂਕਿ ਹੁਣ ਤਾਂ ਪੂਰੇ ਮੀਡੀਆ ਦੇ ਵਿੱਚ ਵੀ ਗੱਲ ਇਹ ਬਿਲਕੁਲ ਕਲੀਅਰ ਹੋ ਚੁੱਕੀ ਆ, ਜਦੋਂ ਕੈਨੇਡੀਅਨ ਦੀ ਸੀਸਸ ਜਿਹੜੀ ਆ ਉੱਥੇ ਦੀ ਸਿਕਿਉਰਿਟੀ ਏਜੰਸੀ ਆ, ਉਹਨਾਂ ਨੇ ਕਲੀਅਰਲੀ ਜਿਹੜੇ ਨਾਮ ਦੱਸ ਦਿੱਤੇ ਕਿ ਕਿਹੜੇ-ਕਿਹੜੇ ਬੰਦੇ ਇਨਵੋਲਵ ਸੀਗੇ। ਜੀ, ਅੱਜ ਸੁਪਰੀਮ ਕੋਰਟ ਨੇ ਯੂਨੈਨਿਮਸ ਸਰਬਸੰਮਤੀ ਦੇ ਨਾਲ ਇੱਕ ਫੈਸਲਾ ਜਿਹੜਾ ਉਹ ਸੁਣਾਇਆ ਆ ਇਮੀਗ੍ਰੇਸ਼ਨ ਦੇ ਬਾਬਤ, ਇਮੀਗ੍ਰੇਸ਼ਨ ਅਸਾਈਲਮ ਸਟੈਂਡਰਡਸ ਨੂੰ ਲੈ ਕੇ। ਹੇਠਲੀ ਅਦਾਲਤ ਨੇ ਜਿਹੜੀ ਰੂਲਿੰਗ ਦਿੱਤੀ ਸੀ ਇਸ ਤੋਂ ਪਹਿਲਾਂ ਵੀ ਸਬਸਟੈਂਸ਼ੀਅਲ ਐਵੀਡੈਂਸ, ਵੀ ਸਬੂਤ ਤਗੜੇ ਮਜ਼ਬੂਤ ਜਿਹੜੇ ਉਹ ਹੋਣੇ ਚਾਹੀਦੇ ਆ ਅਸਾਈਲਮ ਐਪਲੀਕੇਸ਼ਨਸ ਵਾਲਿਆਂ ਦੇ ਲਈ, ਐਪਲੀਕੈਂਟਸ ਦੇ ਲਈ ਰਿਕੁਆਇਰਮੈਂਟ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਹੋਰ ਸਖਤ ਇੱਕ ਹਿਸਾਬ ਦੇ ਨਾਲ ਕਰ ਦਿੱਤੀ ਸੀਗੀ। ਤੇ ਅੱਜ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਸਰਬਸੰਮਤੀ ਦੇ ਨਾਲ ਸਾਰੇ ਦੇ ਸਾਰੇ ਜਸਟਿਸਿਸ ਨੇ ਇਹੀ ਕਿਹਾ ਵੀ ਜੋ ਲੋਅਰ ਕੋਰਟ ਆ, ਹੇਠਲੀ ਅਦਾਲਤ ਦਾ ਜਿਹੜਾ ਫੈਸਲਾ ਆ ਉਹ ਸਾਨੂੰ ਮੰਨਣਯੋਗ ਆ ਤੇ ਉਸ ਨੂੰ ਬਰਕਰਾਰ ਰੱਖਿਆ ਜਾਵੇਗਾ। ਯੂਰੀਆਸ ਔਰੇਲਾਨਾ ਵਰਸਸ ਬੌਂਡੀ ਦਾ ਇਹ ਕੇਸ ਸੀਗਾ। ਐਲ ਸਾਲਵਾਡੋਰ ਦੀ ਇਹ ਬੀਬੀ ਸੀਗੀ, US ਦੇ ਵਿੱਚ ਆਈ ਸੀਗੀ 2021 ਦੇ ਵਿੱਚ, ਤੇ ਅਸਾਈਲਮ ਦੀ ਮੰਗ ਨੇ ਕੀਤੀ ਸੀ ਵੀ ਗੈਂਗ ਮੈਂਬਰਸ ਤੋਂ ਜਿਹੜੇ ਡੈਥ ਥ੍ਰੈਟ ਆ ਉਸ ਨੂੰ ਆ ਰਹੇ ਸੀਗੇ। ਇਹ ਰੂਲਿੰਗ ਨਵੇਂ ਬਣੇ ਜਿਹੜੇ ਜਸਟਿਸ ਕੇਤਨਜੀ ਬਰਾਊਨ ਜੈਕਸਨ ਆ ਉਹਨਾਂ ਨੇ ਮੈਜੋਰਟੀ ਓਪੀਨੀਅਨ ਦੇ ਲਈ ਜਿਹੜੀ ਉਹ ਲਿਖੀ ਆ। ਕਹਿੰਦੇ ਵੀ ਪਟੀਸ਼ਨਰ ਦੀ ਜਿਹੜੀ ਟੈਸਟੀਮੋਨੀ ਆ ਉਹ ਵੈਲ ਫਾਊਂਡਡ ਫੀਅਰ ਆਫ ਫਿਊਚਰ ਪਰਸੀਕਿਊਸ਼ਨ ਨਹੀਂ ਸ਼ੋ ਕਰਦੀ ਸੀ, ਵੀ ਮੁੜ ਕੇ ਜੇ ਇਸ ਨੂੰ ਵਾਪਸ ਉੱਤੇ ਘੱਲ ਦਿੱਤਾ ਜਾਂਦਾ ਹੈ ਤੇ ਇਹਦੀ ਜਾਨ ਨੂੰ ਅਸਲ 'ਚ ਵਾਕਿਆ ਹੀ ਕੋਈ ਖਤਰਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਇਹ ਥ੍ਰੈਟ ਲੋਕਲਾਈਜ਼ ਸੀਗੇ, ਉਹਦੇ ਹੋਮ ਟਾਊਨ 'ਚ ਸੀਗੇ, ਤੇ ਐਕਚੁਅਲ ਸਫਰਿੰਗ ਔਰ ਹਾਰਮ ਦੀ ਜਿਹੜਾ ਥ੍ਰੈਸ਼ਹੋਲਡ ਆ ਉਸ ਨੂੰ ਇਹ ਮੀਟ ਜਿਹੜਾ ਉਹ ਨਹੀਂ ਸੀ ਕਰ ਰਹੇ। ਸੋ ਇਸ ਲਈ ਉਸ ਨੂੰ ਬੇਸਿਕਲੀ ਜਿਹੜਾ ਡਿਪੋਰਟ ਕਰਨ ਦੇ ਲਈ ਜਾਂ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਅੱਗੇ ਜਿਹੜਾ ਉਹ ਰੱਖਿਆ ਜਾਊਗਾ। ਸੋ ਇਹਦਾ ਜਿਹੜਾ ਹਰਜੋਤ ਸਿੰਘ ਜੀ ਇਸ ਫੈਸਲੇ ਦਾ ਅਸਰ ਬਹੁਤ ਵੱਡਾ ਹੋਣਾ ਆ। ਇਹ ਚਲੋ ਆਪਾਂ ਆਉਣ ਵਾਲੇ ਸਮੇਂ 'ਚ ਆਪਣੇ ਜਿਹੜੇ ਅਟਰਨੀ ਜੇ ਟਿਰਕੀਆਣਾ ਆ ਇਮੀਗ੍ਰੇਸ਼ਨ ਦੇ ਉਹਨਾਂ ਤੋਂ ਜਿਹੜਾ ਉਹ ਜਾਣਾਂਗੇ ਵੀ ਇਹ ਕੇਸ ਦਾ ਅਸਰ ਕਿੱਦਾਂ ਦਾ ਜਿਹੜਾ ਉਹ ਹੋਊਗਾ। ਪਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਸਖਤ ਸਟੈਂਡਰਡ ਜਿਹੜੇ ਉਹ ਹੋਣੇ ਚਾਹੀਦੇ ਆ, ਸਬਸਟੈਂਸ਼ੀਅਲ ਐਵੀਡੈਂਸ ਜਿਹੜਾ ਉਹ
ਹੋਣਾ ਚਾਹੀਦਾ ਆ ਇਸ ਵੀ ਜਿਹੜੇ ਅਸਾਈਲਮ ਐਪਲੀਕੈਂਟਸ ਆ ਉਹਨਾਂ ਦੇ ਲਈ, ਇਹ ਸ਼ੋਅ ਕਰਨ ਦੇ ਲਈ ਵੀ ਹਾਂ ਵਾਕਿਆ ਹੀ ਤੁਹਾਡੀ ਜਾਨ ਨੂੰ ਫਿਊਚਰ ਪ੍ਰੋਸੀਕਿਊਸ਼ਨ ਦਾ ਜਿਹੜਾ ਉਹ ਵੈਲ ਫਾਊਂਡਡ ਫੀਅਰ ਆ, ਖਤਰਾ ਹੈਗਾ ਆ। ਸੋ ਉਹਦੇ ਜਿਹੜਾ ਉਹ ਕਰਕੇ ਸੋ ਕਹਿੰਦੇ ਵੀ ਇੰਪੈਕਟ ਡਿਸੀਜਨ ਦਾ ਜਿਹੜਾ ਉਹ ਦੇਖਣ ਵਾਲਾ ਜਿਹੜਾ ਉਹ ਰਹੇਗਾ। ਪਰ ਇਹ ਆ ਵੀ ਜਿਹੜੀ ਬਾਹਰ ਆ ਉਹਨਾਂ ਸਾਰਿਆਂ ਦੇ ਲਈ ਕੇਸ ਅਪਰੂਵ ਕਰਾਉਣ ਦੇ ਲਈ ਹੁਣ ਹੋਰ ਵੀ ਹਾਈ, ਹੋਰ ਵੀ ਉੱਚੀ ਹੋ ਜਾਵੇਗੀ। ਜੀ ਬਿਲਕੁਲ। ਇਸੇ ਤਰ੍ਹਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਇੱਕ ਹੋਰ ਜਿਹੜੀ ਖਬਰ ਆ, ਟੈਨਸੀ ਸਟੇਟ ਜਿਹੜੀ ਆ, ਟੈਨਸੀ ਸਟੇਟ ਇਹ ਇੱਕ ਬਿੱਲ ਲੈ ਕੇ ਆ ਰਹੀ ਆ ਜਿਹਦੇ ਮੁਤਾਬਕ ਜੋ ਅਨਡਾਕੂਮੈਂਟਡ ਚਿਲਡਰਨ ਹੈਗੇ ਆ, ਇਮੀਗ੍ਰੈਂਟ ਕਿਡਸ ਹੈਗੇ ਆ, ਉਹਨਾਂ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਦਿੱਤਾ ਜਾਊਗਾ। ਉਹ ਕਹਿੰਦੇ ਵੀ ਪਬਲਿਕ ਐਜੂਕੇਸ਼ਨ ਉਹਨਾਂ ਦੇ ਲਈ ਬੰਦ ਕੀਤੀ ਜਾਊਗੀ। ਹੈਰੀਟੇਜ ਫਾਊਂਡੇਸ਼ਨ ਜੋ ਆ ਉਹ ਇਸ ਬਿੱਲ ਦੀ ਸਪੋਰਟ ਕਰ ਰਹੀ ਆ ਤੇ ਉਹ ਟੈਨਸੀ ਤੋਂ ਬਾਅਦ ਹੋਰ ਸਟੇਟਾਂ ਦੇ ਵਿੱਚ ਵੀ ਜੋ ਕੋਸ਼ਿਸ਼ ਕਰ ਰਹੀ ਆ ਵੀ ਜਿਹੜੇ ਅਨਡਾਕੂਮੈਂਟਡ ਕਿਡਸ ਹੈਗੇ ਆ ਜਾਂ ਇਲੀਗਲ ਕਿਡਸ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਐਜੂਕੇਸ਼ਨ ਆ ਉਹ ਪਬਲਿਕ ਸਕੂਲ ਦੇ ਵਿੱਚ ਨਾ ਦਿੱਤੀ ਜਾਵੇ। ਜੀ ਬਿਲਕੁਲ। ਸਮਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਦੇ ਵੱਲ ਨੂੰ ਵੱਧ ਰਿਹਾ ਆ। ਸੋ ਬਾਕੀ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਇਹੀ ਬੇਨਤੀ, ਅਪੀਲ ਜਿਹੜੀ ਉਹ ਕਰਦੇ ਆ ਵੀ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦੀ ਐਪ ਨੂੰ ਡਾਊਨਲੋਡ ਕਰੋ ਤੇ ਕਰਵਾਓ ਤੇ ਸਾਰਿਆਂ ਨੂੰ ਉਸ ਦੇ ਨਾਲ ਜਿਹੜਾ ਉਹ ਜੋੜੋ। ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਿਸ ਆ, ਫੇਸਬੁੱਕ, YouTube, ਉਹਨਾਂ ਸਾਰਿਆਂ ਦੇ ਨਾਲ ਤੁਸੀਂ ਜੁੜੋ, ਫੋਲੋ ਕਰੋ ਤਾਂ ਜੋ ਤੁਹਾਨੂੰ ਲੇਟੈਸਟ ਅਪਡੇਟਸ ਹਰ ਇੱਕ ਮਸਲੇ ਦੇ ਬਾਬਤ ਜਿਹੜੀ ਉਹ ਤੁਹਾਨੂੰ ਮਿਲਦੀ ਜਿਹੜੀ ਉਹ ਰਵੇ। ਤੇ ਤੁਹਾਡਾ ਸਾਰਿਆਂ ਦਾ ਇਸ ਪ੍ਰੇਮ ਦੇ ਲਈ, ਇਸ ਸਨੇਹ ਦੇ ਲਈ, ਇਸ ਮੁਹੱਬਤ ਦੇ ਲਈ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਹਮੇਸ਼ਾ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜ ਕੇ ਜਿਹੜਾ ਉਹ ਪੇਸ਼ ਕਰਦੇ ਹੈਗੇ ਆ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੇ ਹੁਣ ਲੈਣੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਣ ਕੀ ਜਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। USA।